ਹੈਲੋ ਐਵਰੀਵਨ, ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਸਰਵ ਸਟੱਡੀ ਕਲਾਸਿਸ ਦੇ ਉੱਪਰ। ਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਆਪਣੇ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਵਾਰਤਕਾਰ ਤੇ ਸਿਰਮੌਰ ਸ਼ੈਲੀਕਾਰ ਡਾਕਟਰ ਨਰਿੰਦਰ ਸਿੰਘ ਕਪੂਰ। ਜਿਹੜੇ ਡਾਕਟਰ ਨਰਿੰਦਰ ਸਿੰਘ ਕਪੂਰ ਹੈ, ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਫੁੱਲ ਆਫ ਮੋਟੀਵੇਸ਼ਨ ਨੇ। ਇਹਨਾਂ ਦੀਆਂ ਰਚਨਾਵਾਂ ਬਹੁਤ ਜ਼ਿਆਦਾ ਆਸ਼ਾਵਾਦੀ ਨੇ। ਜੇ ਤੁਸੀਂ ਕਿਸੇ ਪੁਆਇੰਟ ਆਫ ਵਿਊ 'ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮਤਲਬ ਮੋਟੀਵੇਸ਼ਨ ਦੀ ਲੋੜ ਹੈ ਜਾਂ ਤੁਸੀਂ ਬਹੁਤ ਨੈਗੇਟਿਵ ਹੋ ਚੁੱਕੇ ਆ, ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਤੁਹਾਨੂੰ ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਰਚਨਾਵਾਂ ਪੜ੍ਹਨੀਆਂ ਚਾਹੀਦੀਆਂ। ਅਤੇ ਇਹਨਾਂ ਰਚਨਾਵਾਂ ਤੋਂ ਤੁਹਾਨੂੰ ਇੰਨੀ ਜ਼ਿਆਦਾ ਮੋਟੀਵੇਸ਼ਨ ਮਿਲੂਗੀ ਕਿ ਤੁਸੀਂ ਤਿਆਰ ਹੋਵੋਗੇ ਅੰਦਰੋਂ ਹਰ ਕੰਮ ਨੂੰ ਕਰਨ ਦੇ ਲਈ। ਇੰਨੇ ਜ਼ਿਆਦਾ ਵਧੀਆ ਇਹ ਵਾਰਤਕਾਰ ਨੇ ਡਾਕਟਰ ਨਰਿੰਦਰ ਸਿੰਘ ਕਪੂਰ। ਆਪਾਂ ਚਲੋ ਇਹਨਾਂ ਨੂੰ ਸਿਲੇਬਸ ਦੇ ਪੁਆਇੰਟ ਆਫ ਵਿਊ ਤੋਂ ਤਾਂ ਪੜ੍ਹਨਾ ਹੀ ਹੈ। ਇਹ ਆਪਣੇ ਮਾਸਟਰ ਕੇਡਰ ਪੰਜਾਬੀ ETT ਹੈ ਨਾ, ਔਰ ਇੱਕ ਆਪਣੇ ਕੋਲ ਹੁੰਦਾ ਜਿਹੜਾ ਸਕੂਲ ਲੈਕਚਰਰ ਦਾ ਐਗਜ਼ਾਮ UGC ਨੈਟ, ਸਾਰਿਆਂ ਵਾਸਤੇ ਤਾਂ ਇੰਪੋਰਟੈਂਟ ਹੈਗੇ ਹੈ। ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਹਨਾਂ ਦੀਆਂ ਪੁਸਤਕਾਂ ਜਿਹੜੀਆਂ ਉਹ ਬਹੁਤ ਅਹਿਮੀਅਤ ਰੱਖਦੀਆਂ। ਬਹੁਤ ਕੁਛ ਸਿੱਖਣ ਨੂੰ ਮਿਲਦਾ ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਰਚਨਾਵਾਂ ਤੋਂ। ਇੰਨੇ ਜ਼ਿਆਦਾ ਪ੍ਰਸਿੱਧ ਅਤੇ ਇੰਨੇ ਵਧੀਆ ਵਾਰਤਕਾਰ ਨੇ ਇਹ। ਤਾਂ ਆਪਾਂ ਡਿਸਕਸ ਕਰਦੇ ਹਾਂ ਨਰਿੰਦਰ ਸਿੰਘ ਕਪੂਰ ਬਾਰੇ ਕਿ ਇਹਨਾਂ ਦਾ ਜਨਮ ਕਿੱਥੇ ਹੁੰਦਾ, ਕਿਵੇਂ ਦੀ ਇਹਨਾਂ ਦੀ ਵਿਚਾਰਧਾਰਾ ਹੈ ਅਤੇ ਕਿਵੇਂ ਦੀ ਇਹਨਾਂ ਦੀ ਲਿਖਣ ਦੀ ਸ਼ੈਲੀ ਹੈ। ਮੈਂ ਤੁਹਾਨੂੰ ਦੱਸੂੰਗੀ ਜਦੋਂ ਆਪਣਾ ਬੁੱਕਸ ਬਾਰੇ ਇਹਨਾਂ ਦੇ ਬਾਰੇ ਚਰਚਾ ਕਰਾਂਗੇ ਕਿ ਇਹਨਾਂ ਦੀਆਂ ਬੁੱਕਸ ਦੇ ਵਿੱਚ ਕਿਵੇਂ ਦਾ ਇਹਨਾਂ ਨੇ ਲਿਖਿਆ, ਕਿੱਥੋਂ ਤੁਹਾਨੂੰ ਇੰਨਾ ਜਜ਼ਬਾ ਜਿਹੜਾ ਹੈ ਉਹ ਮਤਲਬ ਇੰਨੀ ਜ਼ਿਆਦਾ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਇਹਨਾਂ ਦੀਆਂ ਰਚਨਾਵਾਂ ਪੜ੍ਹ ਕੇ। ਤਾਂ ਉਦੋਂ ਆਪਾਂ ਡਿਸਕਸ ਕਰਾਂਗੇ। ਤਾਂ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਲੈਕਚਰ ਇਹਨਾਂ ਦੇ ਜਨਮ ਤੋਂ, ਡਾਕਟਰ ਨਰਿੰਦਰ ਸਿੰਘ ਕਪੂਰ ਦੇ। ਜਿਹੜਾ ਡਾਕਟਰ ਨਰਿੰਦਰ ਸਿੰਘ ਕਪੂਰ ਦਾ ਜਨਮ ਹੈ ਉਹ ਆਪਣੇ ਕੋਲ ਹੁੰਦਾ ਜੀ 1944 ਈਸਵੀ ਦੇ ਵਿੱਚ। ਅਤੇ ਹਜੇ ਤੱਕ ਡਾਕਟਰ ਨਰਿੰਦਰ ਸਿੰਘ ਕਪੂਰ ਆਪਣੇ 'ਚ ਮੌਜੂਦ ਨੇ। ਤੁਸੀਂ ਡਾਕਟਰ ਨਰਿੰਦਰ ਸਿੰਘ ਕਪੂਰ ਦੇ ਜਿਹੜੇ ਸੈਸ਼ਨਸ ਆਉਂਦੇ ਤੁਸੀਂ ਉਹਨਾਂ ਨੂੰ ਵੀ ਸੁਣ ਸਕਦੇ ਹੋ। ਉੱਥੇ ਵੀ ਤੁਸੀਂ ਇਹਨਾਂ ਦੀਆਂ ਬੁੱਕਸ ਵੀ ਪੜ੍ਹ ਸਕਦੇ ਹੋ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਜਿਹੜੇ ਨਰਿੰਦਰ ਸਿੰਘ ਕਪੂਰ ਆ ਨਾ, ਲਾਈਫ ਦੇ ਲਈ ਵੀ, ਲਾਈਫ ਦੇ ਵਿੱਚ ਨੂੰ ਚੰਗੇ ਤਰੀਕੇ ਦੇ ਨਾਲ ਜਿਉਣ ਦੇ ਲਈ ਬਹੁਤ ਕੁਛ ਤੁਹਾਨੂੰ ਸਿੱਖਣ ਨੂੰ ਮਿਲੇਗਾ ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਅਤੇ ਉਹਨਾਂ ਦੇ ਜਿਹੜੇ ਲੈਕਚਰ ਆ ਉਹਨਾਂ ਨੂੰ ਸੁਣ ਕੇ। ਤਾਂ ਇਹਨਾਂ ਦਾ ਜਨਮ ਹੈ ਜੀ 1944 ਦੇ ਵਿੱਚ ਹੁੰਦਾ ਹੈ। ਜਨਮ ਸਥਾਨ, ਇਹਨਾਂ ਦਾ ਜਨਮ ਸਥਾਨ ਕੀ ਹੈ? ਜਿਹਨਾਂ ਦਾ ਜਨਮ ਸਥਾਨ ਹੈਗਾ ਗਾ ਪਿੰਡ ਆਂਦੀ, ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ, ਆਂਦੀ ਪਿੰਡ ਦੇ ਵਿੱਚ ਇਹਨਾਂ ਦਾ ਜਿਹੜਾ ਜਨਮ ਆ ਉਹ ਹੋਇਆ ਸੀਗਾ। ਪਿਤਾ ਦਾ ਨਾਮ ਇਹਨਾਂ ਦੇ ਪਿਤਾ ਜੀ ਹਰਦਿੱਤ ਸਿੰਘ ਕਪੂਰ, ਮਾਤਾ ਜੀ ਦਾ ਨਾਮ ਇਹਨਾਂ ਦੇ ਵੀਰਾਂ ਵਾਲੀ, ਪਤਨੀ ਦਾ ਨਾਮ ਇਹਨਾਂ ਦਾ ਰਣਜੀਤ ਕੌਰ ਚੋਪੜਾ। ਕਾਲ ਅਤੇ ਪੜਾਅ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੁੰਦੇ ਆ। ਕਾਲ ਆਪਣੇ ਕੋਲ ਹੈਗੇ ਜੀ ਇਹ ਨਵੀਨ ਕਾਲ ਦੇ ਕਵੀ ਹੈ ਅਤੇ ਪੜਾਅ ਇਹ ਤੀਸਰੇ ਪੜਾਅ ਦੇ ਕਵੀ ਨੇ। ਇਹ ਸੀਗੇ ਜਿਨ੍ਹਾਂ ਦੇ ਜਨਮ ਬਾਰੇ ਸਾਰੀ ਜਾਣਕਾਰੀ, ਇਹਨਾਂ ਦੀ ਫੈਮਿਲੀ ਬਾਰੇ। ਤਾਂ ਹੁਣ ਦੇਖਦੇ ਹਾਂ ਜੀ ਇਹਨਾਂ ਬਾਰੇ ਆਪਾਂ ਹੋਰ ਜਿਹੜੀ ਮਹੱਤਵਪੂਰਨ ਜਾਣਕਾਰੀ ਹੈ। ਇਹਨਾਂ ਦਾ ਜਿਹੜਾ ਜਨਮ ਸਥਾਨ ਆ ਉਹ ਰਾਵਲਪਿੰਡੀ ਹੈ। ਤਾਂ ਰਾਵਲਪਿੰਡੀ ਤੋਂ ਆਪਾਂ ਨੂੰ ਪਤਾ ਹੀ ਹੈ ਜਦੋਂ ਬਟਵਾਰਾ ਹੁੰਦਾ ਤਾਂ ਉਹ ਦੇਸ਼ ਵੰਡ ਤੋਂ ਬਾਅਦ ਇਹ ਅੰਬਾਲੇ ਆ ਜਾਂਦੇ ਆ, ਫਿਰ ਪਟਿਆਲੇ ਚਲੇ ਜਾਂਦੇ ਆ। ਇਹ 'ਚ ਮੈਂਸ਼ਨ ਕੀਤਾ ਹੋਇਆ ਕਿ ਦੇਸ਼ ਵੰਡ ਤੋਂ ਬਾਅਦ ਅੰਬਾਲੇ, ਫਿਰ ਆਪਣੇ ਕੋਲ ਪਟਿਆਲੇ ਚਲੇ ਗਏ। ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ। ਇਹ ਅਜਿਹੇ ਵਾਰਤਕਾਰ ਹੈ ਜਿਨ੍ਹਾਂ ਨੇ ਹਰ ਸਥਿਤੀ ਦਾ ਸਾਹਮਣਾ ਕੀਤਾ, ਸਾਰੀਆਂ ਸਥਿਤੀਆਂ ਨੂੰ ਆਪਣੇ ਜੀਵਨ ਦੇ ਵਿੱਚ ਹੰਢਾਇਆ। ਬਟਵਾਰੇ ਦੀ, ਆਰਥਿਕ ਤੰਗੀ ਦੀ, ਆਪਣੀ ਮਤਲਬ ਜੋਬ ਕਰਨ ਦੇ ਨਾਲ ਨਾਲ ਪੜ੍ਹਨ ਦੀ, ਸਾਰੇ ਕੰਮ ਇਹਨਾਂ ਨੇ ਕੀਤੇ ਹੋਏ ਨੇ। ਤਾਂ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ, ਆਰਥਿਕ ਤੰਗੀ ਦਾ ਸਾਹਮਣਾ ਕੀਤਾ, ਪੜ੍ਹਾਈ ਦੇ ਨਾਲ ਨਾਲ ਰੋਜ਼ੀ ਰੋਟੀ ਕਮਾਉਣ ਲਈ ਕੰਮ ਵੀ ਕਰਦੇ ਸਨ। ਇਹਨਾਂ ਨੇ ਭਾਂਤ ਭਾਂਤ ਦੇ ਕੰਮ ਕੀਤੇ ਹੈ। ਕਿਵੇਂ ਦੇ ਕੰਮ ਕੀਤੇ ਹੈ? ਡਾਕਟਰ ਦੀ ਦੁਕਾਨ 'ਤੇ ਸਫਾਈ ਦਾ ਕੰਮ ਵੀ ਕੀਤਾ ਹੋਇਆ, ਮੰਜਿਆਂ ਦੀ ਦੁਕਾਨ 'ਤੇ ਦਿਹਾੜੀ ਦਾ ਕੰਮ ਵੀ ਕੀਤਾ ਹੋਇਆ। ਮਤਲਬ ਇਵੇਂ ਦੇ ਕੰਮ ਵੀ ਇਹਨਾਂ ਨੇ ਕੀਤੇ ਹੋਏ ਨੇ ਡਾਕਟਰ ਨਰਿੰਦਰ ਸਿੰਘ ਕਪੂਰ ਨੇ। ਅਤੇ ਇਸ ਤੋਂ ਬਾਅਦ ਦੇਖਦੇ ਹਾਂ ਜਿਹੜਾ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਆਪਣੇ ਕੋਲ ਇੰਪੋਰਟੈਂਟ ਕੁਐਸਚਨ ਬਣਦਾ ਹੁੰਦਾ ਕਿ ਇਹਨਾਂ ਨੂੰ ਪੜ੍ਹਨ ਦੀ ਚੇਸਟ ਹੈ ਜਿਹੜੀ ਉਹ ਕਿੱਥੋਂ ਲੱਗੀ। ਇਹ ਅਜੀਤ ਅਖਬਾਰ ਦੇ ਛਾਪੇਖਾਨੇ 'ਚ ਕੰਮ ਕਰਦੇ ਹੁੰਦੇ ਸੀ। ਤਾਂ ਉੱਥੇ ਜਦੋਂ ਇਹਨਾਂ ਨੇ ਅਜੀਤ ਅਖਬਾਰ ਤੋਂ ਕਹਾਣੀਆਂ ਅਤੇ ਲੇਖ ਪੜ੍ਹਨੇ ਸ਼ੁਰੂ ਕੀਤੇ ਤਾਂ ਇਹਨਾਂ ਨੂੰ ਵੀ ਇੱਛਾ ਜਾਗੀ ਕਿ ਮੈਨੂੰ ਵੀ ਪੜ੍ਹਨਾ ਚਾਹੀਦਾ ਹੈ ਨਾ। ਅਤੇ ਇਸ ਮੋਟੀਵੇਸ਼ਨ ਤੋਂ ਉਹਨਾਂ ਨੇ ਕੀ ਕੀਤਾ ਹੈਗਾ, BA ਕੀਤੀ ਆ ਉਹਨਾਂ ਨੇ। 4 ਸਾਲ ਬਿਜਲੀ ਬੋਰਡ 'ਚ ਕੰਮ ਕੀਤਾ ਅਤੇ ਕੰਮ ਕਰਦੇ ਹੋਏ ਨਾਲ ਹੀ ਇਹਨਾਂ ਨੇ BA ਕੀਤੀ ਹੈ। ਤਾਂ ਅਜੀਤ ਅਖਬਾਰ ਦੇ ਛਾਪੇਖਾਨੇ ਵਿੱਚ ਕੰਮ ਕੀਤਾ। ਇੱਥੋਂ ਹੀ ਕਹਾਣੀਆਂ, ਲੇਖ ਪੜ੍ਹਦੇ ਹੋਏ ਪੜ੍ਹਨ ਦੀ ਇੱਛਾ ਜਾਗੀ। BA ਕਰਦੇ ਹੋਏ 4 ਸਾਲ ਤੱਕ ਬਿਜਲੀ ਬੋਰਡ 'ਚ ਕੰਮ ਵੀ ਕੀਤਾ। ਠੀਕ ਹੈ ਜੀ। ਨੈਕਸਟ ਇਹਨਾਂ ਦੀ ਜਿਹੜੀ ਇਹ ਪੜ੍ਹਨ ਦੀ ਇੱਛਾ ਹੋਰ ਪਰਿਪੱਕ ਕਿੱਥੋਂ ਹੁੰਦੀ ਹੈ? ਪਟਿਆਲਾ ਦੀ ਸੈਂਟਰਲ ਲਾਇਬ੍ਰੇਰੀ ਤੋਂ। ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਅਜੀਤ ਅਖਬਾਰ ਤੋਂ ਇਹਨਾਂ ਨੂੰ ਪੜ੍ਹਨ ਦੀ ਜਿਹੜੀ ਹੈਗੀ ਹੈ ਚੇਸਟ ਲੱਗਦੀ ਹੈ ਅਤੇ ਹੋਰ ਜ਼ਿਆਦਾ ਪਰਿਪੱਕ ਜਿਹੜੇ ਹੁੰਦੀ ਹੈਗੀ ਉਹ ਪਟਿਆਲਾ ਦੀ ਸੈਂਟਰਲ ਲਾਇਬ੍ਰੇਰੀ ਤੋਂ ਇਹਨਾਂ ਦੀ
ਪੜ੍ਹਨ ਦੀ ਚੇਸ਼ਟਾ ਹੋਰ ਜ਼ਿਆਦਾ ਜਿਹੜੀ ਹੈਗੀ ਉਹਨੂੰ ਚਾਰ ਚੰਨ ਲੱਗਦੇ ਆ। ਅੱਗੇ ਦੇਖਦੇ ਹਾਂ ਜੀ ਆਪਾਂ ਇਹਨਾਂ ਦੀ ਪੜ੍ਹਾਈ ਬਾਰੇ। ਆ ਦੋਨੋਂ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ। ਅਜੀਤ ਅਖਬਾਰ, ਉੱਥੋਂ ਇਹਨਾਂ ਨੂੰ ਪੜ੍ਹਨ ਦੀ ਚੇਸ਼ਟ ਲੱਗਦੀ ਹੈ, ਅਤੇ ਪਟਿਆਲਾ ਦੀ ਸੈਂਟਰਲ ਲਾਇਬ੍ਰੇਰੀ ਤੋਂ। ਅੱਗੇ ਡਿਸਕਸ ਕਰਦੇ ਹਾਂ ਜੀ ਆਪਾਂ ਇਹਨਾਂ ਦੀ ਪੜ੍ਹਾਈ ਬਾਰੇ। ਤਾਂ ਇਹਨਾਂ ਦੀ ਪੜ੍ਹਾਈ ਦੇ ਵਿੱਚ ਇਹਨਾਂ ਨੇ 3 ਵਿਸ਼ਿਆਂ ਦੀ MA ਕੀਤੀ ਹੋਈ ਸੀ। ਕਿਹੜੇ ਕਿਹੜੇ ਵਿਸ਼ਿਆਂ ਦੀ? ਸੰਘਰਸ਼ ਕਰਦੇ ਹੋਏ 3 ਵਿਸ਼ਿਆਂ ਦੀ, ਪੰਜਾਬੀ, ਅੰਗਰੇਜ਼ੀ ਅਤੇ ਫਿਲਾਸਫੀ। ਇਹਨਾਂ 3 ਵਿਸ਼ਿਆਂ ਦੀ ਇਹਨਾਂ ਨੇ MA ਕੀਤੀ ਹੈ। 1974 ਦੇ ਵਿੱਚ ਇਹਨਾਂ ਨੇ ਫਰੈਂਚ ਦਾ ਡਿਪਲੋਮਾ ਕੀਤਾ। 1975 ਦੇ ਵਿੱਚ ਇਹਨਾਂ ਨੇ ਪੰਜਾਬੀ ਪੱਤਰਕਾਰੀ ਦੇ ਵਿੱਚ PhD ਕੀਤੀ ਹੋਈ ਹੈ, ਅਤੇ 78 ਦੇ ਵਿੱਚ ਇਹਨਾਂ ਨੇ LLB ਦੀ ਡਿਗਰੀ ਕੀਤੀ ਹੈ। ਸਾਰੀ ਪੜ੍ਹਾਈ ਵੀ ਇਹਨਾਂ ਦੀ ਇੰਪੋਰਟੈਂਟ ਹੈ, ਇਹਨੂੰ ਤੁਸੀਂ ਯਾਦ ਰੱਖ ਲਿਓ ਕਿ 3 ਵਿਸ਼ਿਆਂ ਦੀ MA ਕੁਐਸਚਨ ਪੇਪਰ ਦੇ ਵਿੱਚ ਬਣ ਸਕਦਾ ਹੈ ਕਿ ਕਿਹੜੇ ਵਾਰਤਕਕਾਰ ਨੇ ਜਿਨ੍ਹਾਂ ਨੇ 3 ਵਿਸ਼ਿਆਂ ਦੀ MA ਕੀਤੀ ਹੋਈ ਸੀ, ਪੰਜਾਬੀ, ਅੰਗਰੇਜ਼ੀ ਔਰ ਫਿਲਾਸਫੀ ਦੀ। ਤਾਂ ਆਪਣੇ ਕੋਲ ਨਰਿੰਦਰ ਸਿੰਘ ਕਪੂਰ ਨੇ। ਸਭ ਤੋਂ ਮੇਨ ਪੁਆਇੰਟ ਇਹਨਾਂ ਦਾ, ਇਹਨਾਂ ਨੇ PhD ਕੀਤੀ ਹੈ। ਕਿਹੜੇ ਵਿਸ਼ੇ 'ਚ ਕੀਤੀ ਹੈ? ਪੰਜਾਬੀ ਪੱਤਰਕਾਰੀ। ਤਾਂ ਇਹਨਾਂ ਨੇ ਪੰਜਾਬੀ ਪੱਤਰਕਾਰੀ ਦੇ ਵਿਸ਼ੇ ਦੀ PhD ਹੈ ਜਿਹੜੀ ਉਹ ਕੀਤੀ ਹੋਈ ਹੈ। LLB ਦੀ ਡਿਗਰੀ ਵੀ ਇਹਨਾਂ ਨੇ ਕੀਤੀ ਹੋਈ ਹੈ। ਫਿਰ ਪੜ੍ਹਾਈ ਕਰਨ ਉਪਰੰਤ ਆਪਣੇ ਕੋਲ ਕੀ ਹੈਗੇ ਆ, ਇਹ ਨੌਕਰੀ ਕਰਦੇ ਆ। ਅਤੇ ਨੌਕਰੀ ਦੀ ਸ਼ੁਰੂਆਤ ਕਿੱਥੋਂ ਕਰਦੇ ਆ, ਕਿੱਥੇ ਕਿੱਥੇ ਇਹਨਾਂ ਨੇ ਨੌਕਰੀ ਕੀਤੀ ਹੈ, ਉਹ ਆਪਾਂ ਉਹਨਾਂ ਦੀ ਡਿਸਕਸ਼ਨ ਕਰਦੇ ਹਾਂ ਜੀ। ਆਪ ਨੇ 1966 ਦੇ ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ PPSC ਦੁਆਰਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਅੰਗਰੇਜ਼ੀ ਦੇ ਲੈਕਚਰਰ ਬਣੇ। ਤਾਂ ਸਭ ਤੋਂ ਪਹਿਲੀ ਜੌਬ ਆਪਣੀ ਜਿਹੜੀ ਇਹਨਾਂ ਨੇ ਨੌਕਰੀ ਦੀ ਸ਼ੁਰੂਆਤ ਹੈ ਉਹ 1966 ਦੇ ਵਿੱਚ ਕੀਤੀ ਹੈ PPSC ਦੇ ਦੁਆਰਾ ਪਟਿਆਲਾ ਦੇ ਜਿਹੜਾ ਮਹਿੰਦਰਾ ਕਾਲਜ ਆ ਉਹ 'ਚ ਅੰਗਰੇਜ਼ੀ ਦੇ ਲੈਕਚਰਰ ਦੇ ਤੌਰ 'ਤੇ। ਇਸ ਤੋਂ ਬਾਅਦ ਇਹ ਸਰਕਾਰੀ ਕਾਲਜ ਰਣਬੀਰ ਕਾਲਜ ਦੇ ਵਿੱਚ ਵੀ ਇਹ ਅੰਗਰੇਜ਼ੀ ਦੇ ਅਧਿਆਪਕ ਰਹੇ ਨੇ। ਇਹ ਉੱਥੇ ਬੱਚੇ ਆਪ ਨੂੰ, ਇਹ ਬਹੁਤ ਇੰਪੋਰਟੈਂਟ ਹੈ ਕਿ ਬੱਚੇ ਆਪ ਨੂੰ ਕੀ ਬੁਲਾਉਂਦੇ ਸੀ, ਤਾਂ ਉੱਥੇ ਬੱਚੇ ਆਪ ਨੂੰ ਬੇਬੀ ਪ੍ਰੋਫੈਸਰ ਦੇ ਨਾਮ ਨਾਲ ਜਾਣਦੇ ਸੀਗੇ, ਹੈ ਨਾ ਜੀ। ਬੇਬੀ ਪ੍ਰੋਫੈਸਰ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਕਿਹਾ ਜਾਂਦਾ ਵੀ ਇਹਨਾਂ ਦਾ ਜਿਹੜਾ ਨੇਚਰ ਹੈ ਬਹੁਤ ਜ਼ਿਆਦਾ ਸੌਫਟ ਹੈ, ਬਹੁਤ ਸਮਝਦਾਰ ਹੈ, ਬਹੁਤ ਸਲੀਕੇ ਦੇ ਨਾਲ ਪੜ੍ਹਾਉਣ ਦਾ ਤਰੀਕਾ ਹੈ ਜਿਹੜਾ ਇਹਨਾਂ ਦਾ ਉਹ ਬਹੁਤ ਵਧੀਆ ਹੈਗਾ। ਅਤੇ ਨੇਚਰ ਇਹਨਾਂ ਦਾ ਇੰਨਾ ਵਧੀਆ ਹੋਣ ਕਰਕੇ ਬੱਚੇ ਇਹਨਾਂ ਨੂੰ ਬੇਬੀ ਪ੍ਰੋਫੈਸਰ ਦੇ ਨਾਮ ਦੇ ਨਾਲ ਜਾਣਦੇ ਸੀਗੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਵਿੱਚ। ਠੀਕ ਹੈ ਜੀ। ਆ ਪੁੱਛਿਆ ਜਾ ਸਕਦਾ ਹੈ ਕਿ ਬੇਬੀ ਪ੍ਰੋਫੈਸਰ ਕਿਹੜੇ ਵਾਰਤਕਾਰ ਨੂੰ ਬੁਲਾਇਆ ਜਾਂਦਾ, ਤਾਂ ਆਪਣੇ ਕੋਲ ਹੈਗੇ ਆ ਜੀ ਨਰਿੰਦਰ ਸਿੰਘ ਕਪੂਰ। ਇਸ ਤੋਂ ਬਾਅਦ 1995 ਦੇ ਵਿੱਚ ਇਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪੱਤਰਕਾਰ ਅਤੇ ਜਨ ਸੰਚਾਰ ਵਿਭਾਗ ਦੇ ਪੱਤਰਕਾਰੀ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਠੀਕ ਹੈ ਜੀ। ਇਸ ਤੋਂ ਬਾਅਦ ਇਹ 1995 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿੱਚ ਪੱਤਰਕਾਰੀ ਦੇ ਪ੍ਰੋਫੈਸਰ ਹੈ ਜਿਹੜੇ ਬਣਦੇ ਹੈਗੇ ਹੈ 1995 ਦੇ ਵਿੱਚ। ਤਾਂ ਅੱਗੇ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਹੁਤ ਲੰਬਾ ਸਮਾਂ ਇਹਨਾਂ ਨੇ ਸੇਵਾ ਨਿਭਾਈ ਹੈ। ਤਾਂ ਡਾਕਟਰ ਨਰਿੰਦਰ ਸਿੰਘ ਕਪੂਰ ਪੰਜਾਬੀ ਯੂਨੀਵਰਸਿਟੀ ਵਿੱਚੋਂ ਪ੍ਰੋਫੈਸਰ ਦੇ ਅਹੁਦੇ ਤੋਂ 2004 ਦੇ ਵਿੱਚ ਇਹ ਸੇਵਾ ਮੁਕਤ ਹੁੰਦੇ ਹੈ। ਤਾਂ ਇਹ ਕਦੋਂ ਉੱਥੋਂ ਸੇਵਾ ਮੁਕਤ ਹੁੰਦੇ ਆ ਜੀ? 2004 ਦੇ ਵਿੱਚ। ਨੈਕਸਟ ਹੈ ਜੀ ਇਹਨਾਂ 'ਤੇ ਪ੍ਰਭਾਵ। ਕੋਈ ਵੀ ਆਪਣੇ ਕੋਲ ਜਿਹੜਾ ਵਾਰਤਕਾਰ ਆ ਉਹਨੂੰ ਮੋਟੀਵੇਸ਼ਨ ਮਿਲੀ ਹੁੰਦੀ ਹੈ ਕਿਸੇ ਰਾਈਟਰ ਦਾ, ਕਿਸੇ ਲੇਖਕ ਦਾ ਪ੍ਰਭਾਵ ਦੇ ਅਧੀਨ ਉਹਨਾਂ ਨੇ ਰਚਨਾ ਸ਼ੁਰੂ ਕੀਤੀ ਹੁੰਦੀ ਹੈ। ਤਾਂ ਜਿਹੜੇ ਆਪਣੇ ਕੋਲ ਨਰਿੰਦਰ ਸਿੰਘ ਕਪੂਰ ਹੈ ਇਹਨਾਂ ਦੇ ਉੱਪਰ ਕਿਹਦਾ ਪ੍ਰਭਾਵ ਪਿਆ? ਅਤੇ ਇਹਨਾਂ 'ਤੇ ਪ੍ਰਭਾਵ ਪਿਆ ਹੈਗਾ ਜੀ ਪੱਛਮੀ ਵਿਦਵਾਨ। ਕਿਹੜੇ ਪੱਛਮੀ ਵਿਦਵਾਨ? ਬੇਕਨ, ਚਾਰਲਸ ਲੈਬ, ਮੌਮਟੇਨ, ਐਮਰਸਨ, ਹੈਟਨਸ ਦਾ ਪ੍ਰਭਾਵ ਕਬੂਲਿਆ ਇਹਨਾਂ ਨੇ। ਆਹ ਨਾਮ ਤੁਸੀਂ ਯਾਦ ਰੱਖਣੇ ਜੀ, ਪੇਪਰ ਦੇ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਪੁੱਛੇ ਜਾ ਸਕਦੇ ਹੈ ਕਿ ਕਿਹੜੇ ਪੱਛਮੀ ਵਿਦਵਾਨ ਹੈ ਜਿਨ੍ਹਾਂ ਦਾ ਪ੍ਰਭਾਵ ਆਪਣੇ ਕੋਲ ਨਰਿੰਦਰ ਸਿੰਘ ਕਪੂਰ ਨੇ ਕਬੂਲਿਆ ਹੈਗਾ। ਅਤੇ ਇਹਨਾਂ 'ਤੇ ਇੱਕ ਇਲਜ਼ਾਮ ਵੀ ਲੱਗਦਾ ਹੈਗਾ ਕਿ ਪੱਛਮੀ ਵਿਦਵਾਨਾਂ ਦੇ ਵਿਚਾਰ ਇਹਨਾਂ ਨੇ ਕਾਪੀ ਕੀਤੇ ਹੋਏ ਨੇ, ਪਰ ਇਹ ਚੀਜ਼ ਗਲਤ ਹੈ ਕਿਉਂਕਿ ਨਰਿੰਦਰ ਸਿੰਘ ਕਪੂਰ ਬਾਰੇ ਡਾਕਟਰ ਜਿਹੜੇ ਰਜਿੰਦਰ ਸਿੰਘ ਸੇਖੋਂ ਆ ਉਹਨਾਂ ਨੇ ਵੀ ਟਿੱਪਣੀਆਂ ਕੀਤੀਆਂ ਕਿ ਇਹਨਾਂ ਦੀ ਆਪਣੀ ਮੌਲਿਕ ਸ਼ੈਲੀ ਹੈ। ਇਹ ਤਾਂ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਤੋਂ ਮੋਟੀਵੇਟ ਹੋ ਕੇ ਇਹਨਾਂ ਨੇ ਰਚਨਾ ਸ਼ੁਰੂ ਕੀਤੀ ਹੋ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਚੀਜ਼ ਨੂੰ ਇਹਨਾਂ ਨੇ ਯੂਜ਼ ਕੀਤਾ। ਬਟ ਫਿਰ ਵੀ ਚਲੋ ਕੁਛ ਵਿਦਵਾਨ ਮੰਨਦੇ ਆ ਤਾਂ ਮੈਂ ਇੱਥੇ ਇਹ ਚੀਜ਼ ਨੂੰ ਮੈਂਸ਼ਨ ਕਰ ਲਿਆ ਹੈਗਾ। ਅੱਗੇ ਦੇਖਦੇ ਹਾਂ ਜੀ ਆਪਾਂ ਕੁਛ ਵਿਦਵਾਨ ਹੈ ਜਿਨ੍ਹਾਂ ਨੂੰ ਆਪਦਾ ਆਦਰਸ਼ ਮੰਨਦੇ ਆ ਤਾਂ ਜਿਨ੍ਹਾਂ ਤੋਂ ਇਹ ਪ੍ਰੇਰਨਾ ਲੈਂਦੇ ਆ, ਤਾਂ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ ਜੀ। ਇਹ ਆਦਰਸ਼ ਮੰਨਦੇ ਆ ਜੀ ਆਪਦੇ ਪ੍ਰੋਫੈਸਰ ਪੂਰਨ ਸਿੰਘ ਨੂੰ। ਪ੍ਰੋਫੈਸਰ ਪੂਰਨ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਆ ਅਤੇ ਪ੍ਰਿੰਸੀਪਲ ਤੇਜਾ ਸਿੰਘ ਤੋਂ ਨਿੱਕੇ ਨਿੱਕੇ ਵਾਕ ਲਿਖਣ ਦੀ ਪ੍ਰੇਰਨਾ ਲਈ ਹੈ। ਅਤੇ ਇਹਨਾਂ ਨੇ ਨਿੱਕੇ ਨਿੱਕੇ ਵਾਕ ਲਿਖਣ ਦੀ ਪ੍ਰੇਰਨਾ ਕਿਹਨਾਂ ਤੋਂ ਲਈ ਹੈਗੀ ਹੈ? ਇਹ ਆਪਣੇ ਕੋਲ ਲਈ ਹੈ ਪ੍ਰਿੰਸੀਪਲ ਤੇਜਾ ਸਿੰਘ ਤੋਂ। ਜਿਹੜੀ ਇਹਨਾਂ ਦੀ ਇੱਕ ਬੁੱਕ ਹੈ ਨਾ ਮਾਲਾ ਮਣਕੇ, ਉਹਦੇ ਵਿੱਚ ਇਹਨਾਂ ਨੇ ਛੋਟੇ ਛੋਟੇ ਵਾਕ ਲਿਖ ਕੇ ਮਤਲਬ ਆਪਣੀ ਜਿਹੜੀ ਬਹੁਤ ਵਧੀਆ ਵਿਚਾਰ ਉਹ ਪੇਸ਼ ਕੀਤੇ ਹੈ। ਉਹਦੇ ਵਿੱਚ ਇੱਕ ਲਾਈਨ ਦਾ ਵਾਕ ਹੈ ਅਤੇ ਉਹਦੇ ਇੰਨੇ ਜ਼ਿਆਦਾ ਡੂੰਘੇ ਅਰਥ ਹੈ ਕਿ ਤੁਹਾਨੂੰ ਇਹ ਲੱਗੂ ਵੀ ਸਾਰੀ ਦੀ ਸਾਰੀ ਗੱਲ ਜਿਹੜੀ ਹੈਗੀ ਉਹ ਇੱਕ ਲਾਈਨ ਦੇ ਵਿੱਚ ਹੀ ਸਮੋਈ ਹੋਈ ਹੈਗੀ। ਤਾਂ ਗਾਗਰ ਦੇ ਵਿੱਚ ਸਾਗਰ ਭਰਨ ਦਾ ਕੰਮ ਇਹਨਾਂ ਨੇ ਕੀਤਾ ਹੈਗਾ। ਅਤੇ ਇਹ ਪ੍ਰੇਰਨਾ ਇਹਨਾਂ ਨੇ ਕਿੱਥੋਂ ਲਈ ਹੈ? ਤੇਜਾ ਸਿੰਘ ਤੋਂ ਨਿੱਕੇ ਨਿੱਕੇ ਵਾਕ ਲਿਖਣ ਦੀ।
ਨੈਕਸਟ ਆਪਣੇ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਇਹਨਾਂ ਨੇ ਸਿੱਖਿਆ ਸਾਹਿਤ ਦੇ ਵਿੱਚ ਰੋਮਾਂਸ ਕਿਵੇਂ ਲੈ ਕੇ ਆਉਣਾ। ਆਪਾਂ ਨੂੰ ਪਤਾ ਹੈ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੇ ਜਿਹੜੇ ਹੈਗੇ ਆ ਰੋਮਾਂਸਵਾਦੀ ਵਾਰਤਾਕਾਰ ਹੋਏ ਨੇ ਤੇ ਉਹਨਾਂ ਤੋਂ ਇਹਨਾਂ ਨੇ ਰੋਮਾਂਸ ਸਿੱਖਿਆ। ਆ ਤਿੰਨੇ ਜਿਹੜੇ ਹੈਗੇ ਆਪਣੇ ਕੋਲੇ ਵਾਰਤਾਕਾਰ, ਇਹਨਾਂ ਦਾ ਕੀ ਇਹਨਾਂ ਦੇ ਉੱਤੇ ਇੰਪੈਕਟ ਪਿਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ। ਪ੍ਰੋਫੈਸਰ ਪੂਰਨ ਸਿੰਘ ਨੂੰ ਇਹਨਾਂ ਨੇ ਆਦਰਸ਼ ਮੰਨਿਆ। ਪ੍ਰਿੰਸੀਪਲ ਤੇਜਾ ਸਿੰਘ ਤੋਂ ਇਹਨਾਂ ਨੇ ਨਿੱਕੇ ਨਿੱਕੇ ਵਾਕ ਲਿਖਣ ਦੀ ਪ੍ਰੇਰਨਾ ਲਈ ਹੈ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਇਹਨਾਂ ਨੇ ਸਾਹਿਤ ਦੇ ਵਿੱਚ ਰੋਮਾਂਸ ਕਿਵੇਂ ਲੈ ਕੇ ਆਉਣਾ ਇਹ ਸਿੱਖਿਆ ਹੈਗਾ। ਨੈਕਸਟ ਦੇਖੋ ਜੀ, ਜਿਵੇਂ ਆਪਣੇ ਕੋਲ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਕਿਹਾ ਜਾਂਦਾ ਸ਼ਬਦਾਂ ਦਾ ਇੰਜੀਨੀਅਰ, ਉਵੇਂ ਆਪਣੇ ਕੋਲ ਡਾਕਟਰ ਨਰਿੰਦਰ ਸਿੰਘ ਕਪੂਰ ਨੂੰ ਕਿਹਾ ਜਾਂਦਾ ਹੈ ਸ਼ਬਦਾਂ ਦਾ ਵਣਜਾਰਾ। ਬਹੁਤ ਇੰਪੋਰਟੈਂਟ ਹੈ, ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕੁਐਸਚਨ ਬਣਦਾ ਹੈ। ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਸ਼ਬਦਾਂ ਦਾ ਵਣਜਾਰਾ ਕਿਹੜੇ ਵਾਰਤਕਾਰ ਨੂੰ ਕਿਹਾ ਜਾਂਦਾ, ਤਾਂ ਆਪਣੇ ਕੋਲ ਆਉਂਦੇ ਆ ਜੀ ਡਾਕਟਰ ਨਰਿੰਦਰ ਸਿੰਘ ਕਪੂਰ। ਅੱਗੇ ਦੇਖੋ ਜੀ, ਇਹਨਾਂ ਦੀ ਸ਼ੈਲੀ ਹੈ ਨਾ ਜਿਹੜੀ, ਇਹਦੀ ਮੈਂ ਤੁਹਾਨੂੰ ਪਹਿਲਾਂ ਹੀ ਬੋਲਿਆ ਕਿ ਸਿਰਮੌਰ ਸ਼ੈਲੀਕਾਰ ਨੇ। ਇਹਨਾਂ ਦੀ ਆਪਣੀ ਮੌਲਿਕ ਸ਼ੈਲੀ ਹੈ, ਬਹੁਤ ਜ਼ਿਆਦਾ ਵਧੀਆ ਅਤੇ ਮਨੋਵਿਗਿਆਨਿਕ ਵਿਸ਼ਲੇਸ਼ਣ ਵਾਲੀ ਸ਼ੈਲੀ ਜਿਹੜੀ ਉਹ ਵਰਤਦੇ ਹੈ। ਤਾਂ ਦੇਖਦੇ ਹਾਂ ਜੀ ਆਪਾਂ ਇਹਨਾਂ ਦੀ ਸ਼ੈਲੀ ਕਿਵੇਂ ਦੀ ਹੈ। ਵਿਚਾਰਾਤਮਕ ਸ਼ੈਲੀ ਹੈ, ਵਿਚਾਰ ਪੇਸ਼ ਕੀਤੇ ਹੈ, ਵਿਚਾਰ ਪ੍ਰਧਾਨ, ਤਰਕ ਅਤੇ ਦਲੀਲ ਨਾਲ ਲਿਖਦੇ ਹੈ। ਤਰਕ ਵੀ ਹੁੰਦਾ ਅਤੇ ਦਲੀਲ ਵੀ ਹੁੰਦੀ ਹੈ, ਇਹਨਾਂ ਨਾਲ ਇਹ ਤਰਕ ਅਤੇ ਦਲੀਲ ਦੇ ਨਾਲ ਰਚਨਾ ਕਰਦੇ ਹੈ। ਇਹਨਾਂ ਦੀ ਸ਼ੈਲੀ ਮਨੋਵਿਗਿਆਨਿਕ ਵਿਸ਼ਲੇਸ਼ਣ ਹੈ। ਇਹ ਤੁਸੀਂ ਯਾਦ ਰੱਖਣਾ, ਪੇਪਰ ਦੇ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਮਨੋਵਿਗਿਆਨਿਕ ਵਿਸ਼ਲੇਸ਼ਣ ਵਾਲੀ ਸ਼ੈਲੀ ਕਿਹੜੇ ਵਾਰਤਕਾਰ ਵਰਤਦੇ ਹੈ, ਤਾਂ ਨਰਿੰਦਰ ਸਿੰਘ ਕਪੂਰ ਵਰਤਦੇ ਨੇ ਇਹ। ਇਹਨਾਂ ਦੀ ਸ਼ੈਲੀ ਲੋਕ ਮੁਹਾਵਰਾ ਬਣਨ ਦੀ ਗੁਣ ਰੱਖਦੀ ਹੈ। ਕਈ ਇਹਨਾਂ ਦੀਆਂ ਤੁਕਾਂ ਐਵੇਂ ਦੀਆਂ ਜਿਹੜੀਆਂ ਲੋਕ ਮੁਹਾਵਰਾ ਬਣੀਆਂ ਵੀ ਨੇ, ਅਤੇ ਇਹਨਾਂ ਦੀ ਸ਼ੈਲੀ ਕੀ ਹੈ, ਲੋਕ ਮੁਹਾਵਰਾ ਬਣਨ ਦਾ ਗੁਣ ਰੱਖਦੀ ਹੈ। ਸ਼ੈਲੀ ਬਾਰੇ ਇੱਕ ਮਹੱਤਵਪੂਰਨ ਟਿੱਪਣੀ ਹੈ ਇਹਨਾਂ ਦੀ। ਸ਼ੈਲੀ ਬਾਰੇ ਮਹੱਤਵਪੂਰਨ ਟਿੱਪਣੀ ਰਜਿੰਦਰ ਸਿੰਘ ਸੇਖੋਂ ਨੇ ਕੀਤੀ ਹੈ। ਰਜਿੰਦਰ ਸਿੰਘ ਸੇਖੋਂ ਕੀ ਕਹਿੰਦੇ ਹੈ ਕਿ ਪ੍ਰਿੰਸੀਪਲ ਤੇਜਾ ਸਿੰਘ, ਭਾਈ ਵੀਰ ਸਿੰਘ, ਪ੍ਰੋਫੈਸਰ ਮੋਹਨ ਸਿੰਘ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਬਾਅਦ ਵਾਰਤਕ ਵਿੱਚ ਨਵੀਂ ਮੌਲਿਕ ਸ਼ੈਲੀ ਦੀ ਸਥਾਪਨਾ ਕੀਤੀ ਤਾਂ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਕੀਤੀ ਹੈ। ਅਤੇ ਇਹਨਾਂ ਨੇ ਮੌਲਿਕ ਸ਼ੈਲੀ ਦੀ ਸਥਾਪਨਾ ਜਿਹੜੀ ਉਹ ਕੀਤੀ ਹੈ। ਕਹਿਣ ਦਾ ਮਤਲਬ ਕੀ ਹੈ, ਇੱਕ ਇਹਨਾਂ ਨੇ ਹੋਰ ਕਹੀ ਹੈਗੀ ਹੈ ਇੱਕ ਟਿੱਪਣੀ ਡਾਕਟਰ ਨਰਿੰਦਰ ਸੇਖੋਂ ਨੇ ਕਿ ਵਰਤਮਾਨ ਸਮੇਂ ਦੇ ਵਿੱਚ ਕਹਿੰਦੇ ਵਾਰਤਕਕਾਰ ਤਾਂ ਬੜੇ ਹੈਗੇ ਆ ਪਰ ਸ਼ੈਲੀਕਾਰ ਇੱਕੋ ਹੀ ਹੈ। ਤਾਂ ਸ਼ੈਲੀਕਾਰ ਕੌਣ ਨੇ, ਨਰਿੰਦਰ ਸਿੰਘ ਕਪੂਰ। ਅੱਗੇ ਦੇਖਦੇ ਹਾਂ ਜੀ ਆਪਾਂ ਇਹਨਾਂ ਦੇ ਨਿਬੰਧਾਂ ਦੇ ਵਿਸ਼ੇ, ਕਿ ਜਿਹੜੇ ਇਹਨਾਂ ਨੇ ਨਿਬੰਧ ਲਿਖੇ ਹੈ ਉਹਨਾਂ ਦਾ ਵਿਸ਼ਾ ਕੀ ਹੈਗਾ। ਤਾਂ ਇਹਨਾਂ ਦੇ ਨਿਬੰਧਾਂ ਦਾ ਵਿਸ਼ਾ ਜੀ ਆਪਣੇ ਕੋਲ ਮਨੋਵਿਗਿਆਨਿਕ ਹੈ। ਮੁੱਖ ਤੌਰ 'ਤੇ ਗਿਆਨਵਰਧਕ ਗੱਲਾਂ ਕਰਦੇ ਆ, ਸੱਚ 'ਤੇ ਆਧਾਰਿਤ ਗੱਲਾਂ ਕਰਦੇ ਨੇ ਇਹ, ਠੀਕ ਹੈ ਜੀ। ਤਾਂ ਜਿਹੜਾ ਨਿਬੰਧਾਂ ਦਾ ਵਿਸ਼ਾ ਉਹ ਮਨੋਵਿਗਿਆਨਿਕ ਹੈ। ਇਹਨਾਂ ਦੀਆਂ ਰਚਨਾਵਾਂ ਬਾਰੇ ਕਿਹਾ ਜਾਂਦਾ ਹੈ ਵੀ ਇਹਨਾਂ ਦੀਆਂ ਰਚਨਾਵਾਂ ਇਵੇਂ ਦੀਆਂ ਕਿ ਜਦੋਂ ਪਾਠਕ ਪੜ੍ਹਦੇ ਆ ਤਾਂ ਉਹਨਾਂ ਕੋਲ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਹਾਂ ਮਿਲਾਉਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਰਹਿੰਦਾ। ਮਤਲਬ ਲੋਕ ਜੀਵਨ ਦੇ ਵਿੱਚੋਂ ਲਈਆਂ ਹੋਈਆਂ ਗੱਲਾਂ ਹੁੰਦੀਆਂ, ਤਾਂ ਉਹ ਹਰੇਕ ਪਾਠਕ ਨੂੰ ਪੜ੍ਹਨ ਨਾਲ ਲੱਗਦਾ ਵੀ ਹਾਂ ਇਹ ਮੇਰੀ ਲਾਈਫ 'ਚ ਵੀ ਐਵੇਂ ਹੋਇਆ ਹੈ। ਤਾਂ ਇਹ ਚੀਜ਼ ਹੈਗੀ ਹੈ ਇਹਨਾਂ ਦੀਆਂ ਰਚਨਾਵਾਂ ਨਿਬੰਧਾਂ ਦੇ ਵਿਸ਼ੇ ਦੇ ਵਿੱਚ ਅਤੇ ਇਹਨਾਂ ਦੀ ਜਿਹੜੀ ਸ਼ੈਲੀ ਹੈ ਉਹਦੇ 'ਚ। ਤਾਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਜੀ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਮਹੱਤਵਪੂਰਨ ਰਚਨਾਵਾਂ। ਤਾਂ ਦੇਖੋ ਜੀ ਇਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ, ਇਹਨਾਂ ਦੀਆਂ ਜਿਹੜੀਆਂ ਮਹੱਤਵਪੂਰਨ ਰਚਨਾਵਾਂ ਉਹਨਾਂ ਦੇ ਵਿੱਚ ਆਪਣੇ ਕੋਲ ਸਭ ਤੋਂ ਜਿਹੜੀ ਪਹਿਲੀ ਰਚਨਾ ਆਉਂਦੀ ਹੈ ਤੁਹਾਡੇ ਕੋਲ ਉਹ ਹੈਗੀ ਜੀ ਵਿਆਖਿਆ ਵਿਸ਼ਲੇਸ਼ਣ, ਠੀਕ ਹੈ। ਜਿਹੜੀ ਇਹਨਾਂ ਦੀ ਵਿਆਖਿਆ ਵਿਸ਼ਲੇਸ਼ਣ ਹੈਗੀ ਇਹ 1982 ਦੇ ਵਿੱਚ ਇਹਨਾਂ ਦੀ ਬੁੱਕ ਆਈ ਹੈ ਅਤੇ ਇਹਦੇ ਵਿੱਚ 40 ਲੇਖ ਜਿਹੜੇ ਹੈਗੇ ਉਹ ਸ਼ਾਮਲ ਨੇ। ਇਹਨਾਂ ਦੀਆਂ ਰਚਨਾਵਾਂ ਬੁੱਕਸ ਦੇ ਵਿੱਚ ਫੋਰਮ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਦੀਆਂ ਸੀਗੀਆਂ। ਇਹਨਾਂ ਨੂੰ ਤੁਸੀਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਯਾਦ ਕਰ ਲਿਓ ਕਿ ਪਹਿਲਾਂ ਇਹਨਾਂ ਦੀਆਂ ਰਚਨਾਵਾਂ ਜਿਹੜੇ ਇਹਨਾਂ ਦੇ ਨਿਬੰਧ ਸੀਗੇ ਉਹ ਕਿਹੜੇ ਅਖਬਾਰ ਦੇ ਵਿੱਚ ਛਪਦੇ ਰਹੇ ਹੈ, ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਦੇ ਰਹੇ ਹੈ। ਅਤੇ ਜਿਹੜੇ ਇਹਨਾਂ ਦੇ ਨਿਬੰਧ ਸੀ ਉਹਨਾਂ ਦੇ ਵਿਸ਼ਾ ਕੀ ਸੀ, ਕਿਵੇਂ ਦੇ ਸੀਗੇ ਉਹ, ਧਾਰਮਿਕ, ਸਾਹਿਤਿਕ ਅਤੇ ਸਮਾਜਿਕ। ਇਸ ਤੋਂ ਬਾਅਦ ਜਦੋਂ ਇਹਨਾਂ ਨੂੰ ਮਤਲਬ ਭਰਵਾਂ ਹੁੰਗਾਰਾ ਮਿਲਿਆ ਪਾਠਕਾਂ ਵੱਲੋਂ ਤਾਂ ਇਹਨਾਂ ਦੀ ਬਹੁਤ ਵਧੀਆ ਜਿਹੜੇ ਨਿਬੰਧ ਸੀ ਉਹ ਕਬੂਲੇ ਗਏ। ਤਾਂ ਉਦੋਂ ਬਾਅਦ ਇਹਨਾਂ ਨੇ ਪੁਸਤਕਾਂ ਦੀ ਰਚਨਾ ਜਿਹੜੀ ਹੈਗੀ ਹੈ ਕੀਤੀ ਹੈ। ਤਾਂ ਪੁਸਤਕਾਂ ਦੀ ਰਚਨਾ ਦੀ ਸ਼ੁਰੂਆਤ ਇਹਨਾਂ ਨੇ ਕਿੱਥੋਂ ਕੀਤੀ ਹੈ, ਸ਼ੁਰੂਆਤ ਇਹਨਾਂ ਨੇ ਕੀਤੀ ਹੈ ਜੀ ਵਿਆਖਿਆ ਵਿਸ਼ਲੇਸ਼ਣ ਤੋਂ। ਜਿਹੜੀ ਇਹਨਾਂ ਦੀ ਵਿਆਖਿਆ ਵਿਸ਼ਲੇਸ਼ਣ ਪੁਸਤਕ ਹੈ 1982 ਦੇ ਵਿੱਚ ਆਉਂਦੀ ਹੈ ਅਤੇ ਇਹਦੇ ਵਿੱਚ 40 ਲੇਖ ਜਿਹੜੇ ਹੈਗੇ ਉਹ ਸ਼ਾਮਲ ਕੀਤੇ ਗਏ ਹੈ। ਅਗਲੀ ਇਹਨਾਂ ਦੀ ਪੁਸਤਕ ਹੈਗੀ ਆਪਣੇ ਕੋਲੇ ਤਰਕਵੇਦ, ਇਹ 1985 ਦੇ ਵਿੱਚ ਆਉਂਦੀ ਹੈ। ਇਹਨਾਂ ਦੀਆਂ ਸਾਰੀਆਂ ਬੁੱਕਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪੇਪਰ ਦੇ ਪੁਆਇੰਟ ਆਫ ਵਿਊ ਤੋਂ ਤੁਸੀਂ ਇਹਨਾਂ ਦੇ ਨਾਮ ਵੀ ਯਾਦ ਰੱਖਣੇ ਹੈ ਅਤੇ ਜਦੋਂ ਇਹ ਸੰਪਾਦਿਤ ਕੀਤੀਆਂ ਜਾਂਦੀਆਂ ਇਹਨਾਂ ਦੀ ਈਸਵੀ ਵੀ ਤੁਸੀਂ ਯਾਦ ਰੱਖਣੀ ਹੈਗੀ ਹੈ। ਲਾਸਟ ਦੇ ਉੱਪਰ ਮੈਂ ਤੁਹਾਨੂੰ ਟ੍ਰਿਕ ਦੱਸੂੰਗੀ, ਉਸ ਟ੍ਰਿਕ ਦੇ ਨਾਲ ਤੁਹਾਨੂੰ ਇਹਨਾਂ ਦੀਆਂ ਸਾਰੀਆਂ ਬੁੱਕਸ ਯਾਦ ਹੋ ਜਾਣੀਆਂ। ਅੱਗੇ ਇਹਨਾਂ ਦੀ ਬੁੱਕ ਹੈਗੀ ਹੈ ਜੀ ਘਾਟ ਘਾਟ ਦਾ ਪਾਣੀ, ਇਹ 1987 ਦੇ ਵਿੱਚ ਆਉਂਦੀ ਹੈ। ਆਮੋ ਸਾਹਮਣੇ ਬਹੁਤ ਪ੍ਰਸਿੱਧ ਪੁਸਤਕ ਹੈ ਇਹਨਾਂ ਦੀ, ਆਮੋ ਸਾਹਮਣੇ।
ਆਮੋ ਸਾਹਮਣੇ। ਇਹ ਪੁਸਤਕ ਇਹਨਾਂ ਦੀ ਛਪਦੀ ਹੈ 1995 ਦੇ ਵਿੱਚ। ਇਹ ਪੁਸਤਕ ਇਹਨਾਂ ਦੀ ਇੰਨੀ ਜ਼ਿਆਦਾ ਪ੍ਰਸਿੱਧ ਹੈ, ਇਸ ਪੁਸਤਕ ਦੇ ਲਈ ਭਾਸ਼ਾ ਵਿਭਾਗ ਦੇ ਵੱਲੋਂ 1997 ਈਸਵੀ ਦੇ ਵਿੱਚ ਇਹਨਾਂ ਨੂੰ ਸਨਮਾਨ ਵੀ ਮਿਲਿਆ। ਦੋਨੋਂ ਤਰੀਕਾਂ ਤੁਸੀਂ ਯਾਦ ਰੱਖਣੀਆਂ। 1995 ਦੇ ਵਿੱਚ ਇਹ ਪੁਸਤਕ ਛਪਦੀ ਹੈ ਆਮੋ ਸਾਹਮਣੇ, ਅਤੇ 1997 ਦੇ ਵਿੱਚ ਇਹਨੂੰ ਇਸ ਪੁਸਤਕ ਦੇ ਉੱਪਰ ਭਾਸ਼ਾ ਵਿਭਾਗ ਦੇ ਵੱਲੋਂ ਸਨਮਾਨ ਮਿਲਿਆ ਗਿਆ। ਅਗਲੀ ਇਹਨਾਂ ਦੀ ਜਿਹੜੀ ਪ੍ਰਮੁੱਖ ਪੁਸਤਕ ਹੈ ਉਹ ਆਪਣੇ ਕੋਲ ਹੈਗੀ ਹੈ ਜੀ ਬੂਹੇ ਬਾਰੀਆਂ। ਬੂਹੇ ਬਾਰੀਆਂ 1996 ਦੇ ਵਿੱਚ ਆਉਂਦੀ ਹੈ। ਇਸ ਪੁਸਤਕ ਦਾ ਆਦੇਸ਼ ਹੈ ਅਜਿਹੇ ਮਨੁੱਖ ਦੀ ਉਸਾਰੀ ਕਰਨਾ ਜਿਸ ਦੀਆਂ ਬਾਹਾਂ ਵਿੱਚ ਸਾਰਾ ਸੰਸਾਰ ਆ ਜਾਵੇ। ਕਹਿਣ ਦਾ ਮਤਲਬ ਕੀ ਹੈ? ਭਾਵ ਕਿ ਜਿਹੜਾ ਸਾਰਿਆਂ ਨਾਲ ਮਿਲ ਵਰਤ ਕੇ ਰਹੇ। ਤਾਂ ਬੂਹੇ ਬਾਰੀਆਂ ਦੇ ਵਿੱਚ ਇਹਨਾਂ ਨੇ ਅਜਿਹਾ ਮਨੁੱਖ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਜਿਹਦਾ ਮਤਲਬ ਵਰਤੇਰਾ ਬਹੁਤ ਵਧੀਆ ਹੋਵੇ, ਜਿਹਦੀਆਂ ਬਾਹਾਂ ਦੇ ਵਿੱਚ ਸਾਰਾ ਸੰਸਾਰ ਆ ਜਾਵੇ, ਭਾਵ ਕਿ ਉਹ ਸਾਰੇ ਲੋਕਾਂ ਨਾਲ ਮਿਲ ਵਰਤ ਕੇ ਰਹਿੰਦਾ ਹੋਵੇ। ਅਤੇ ਇਹਨਾਂ ਨੇ ਪੇਸ਼ ਕੀ ਕੀਤਾ? ਇਸ ਦੇ ਵਿੱਚ ਲੋਕ ਕਹਾਣੀਆਂ ਅਤੇ ਘਟਨਾਵਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ ਨੇ। ਲੋਕਾਂ ਦੀਆਂ ਕਹਾਣੀਆਂ ਲਈਆਂ, ਲੋਕ ਹੀ ਘਟਨਾਵਾਂ ਲਈਆਂ, ਅਤੇ ਉਹਨਾਂ ਦੇ ਰਾਹੀਂ ਆਪਣੇ ਜਿਹੜੇ ਮੂਲ ਵਿਚਾਰ ਹੈ ਉਹਨਾਂ ਨੂੰ ਇਹਨੇ ਪੇਸ਼ ਕੀਤਾ ਬੂਹੇ ਬਾਰੀਆਂ ਪੁਸਤਕ ਦੇ ਵਿੱਚ। ਅਤੇ 1996 ਦੇ ਵਿੱਚ ਇਹ ਪੁਸਤਕ ਇਹਨਾਂ ਦੀ ਸੰਪਾਦਿਤ ਹੁੰਦੀ ਹੈ। ਅੱਗੇ ਜਿਹੜੀ ਇਹਨਾਂ ਦੀ ਬੂਹੇ ਬਾਰੀਆਂ ਪੁਸਤਕ ਹੈ ਇਹਦੇ ਵਿੱਚ 31 ਲੇਖ ਨੇ ਆਪਣੇ ਕੋਲ। ਠੀਕ ਹੈ ਜੀ। ਇਹਨਾਂ ਦੇ 31 ਲੇਖਾਂ ਦੇ ਵਿੱਚੋਂ ਪ੍ਰਸਿੱਧ ਲੇਖ ਹੈ ਜਿਹੜੇ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੈ, ਪੇਪਰ ਦੇ ਪੁਆਇੰਟ ਆਫ ਵਿਊ ਤੋਂ ਵੀ ਪੁੱਛੇ ਜਾ ਸਕਦੇ ਹੈ। ਤਾਂ ਆਪਣੇ ਕੋਲ ਲੇਖ ਹੈਗੇ ਹੈ ਕਵੀ ਤੇ ਕਵਿਤਾ, ਨਾਡੂ ਖਾਂ ਪਾਟੇ ਖਾਂ, ਆਓ ਗੱਲਾਂ ਕਰੀਏ, ਮੁਕੱਦਮੇਬਾਜ਼ੀ, ਤੁਰਨ ਦਾ ਹੁਨਰ। ਇਹ ਇਹਨਾਂ ਦੇ ਪ੍ਰਸਿੱਧ ਨਿਬੰਧ ਹੈਗੇ ਬੂਹੇ ਬਾਰੀਆਂ ਪੁਸਤਕ ਦੇ ਵਿੱਚ। ਅਗਲੀ ਇਹਨਾਂ ਦੀ ਪੁਸਤਕ ਆਪਣੇ ਕੋਲ ਹੈਗੀ ਹੈ ਜੀ ਸੁਖਨ ਸੁਨੇਹੀ। ਜਿਹੜੀ ਇਹਨਾਂ ਦੀ ਸੁਖਨ ਸੁਨੇਹੀ ਪੁਸਤਕ ਹੈ ਇਹ ਵੀ 1996 'ਚ ਹੀ ਛਪਦੀ ਹੈ। ਬੂਹੇ ਬਾਰੀਆਂ ਵੀ 1996 ਦੇ ਵਿੱਚ ਸੰਪਾਦਿਤ ਹੁੰਦੀ ਹੈ। ਸੁਖਨ ਸੁਨੇਹੀ ਵੀ ਆਪਣੇ ਕੋਲ 1996 ਦੇ ਵਿੱਚ ਸੰਪਾਦਿਤ ਹੁੰਦੀ ਹੈ। ਇਹਦੇ ਵਿੱਚ ਕਹਿੰਦੇ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਜਿਉਣ ਦੇ ਲਈ, ਇੱਕ ਚੰਗਾ ਮਨੁੱਖ ਬਣਾਉਣ ਦੇ ਲਈ ਸੰਭਾਵਨਾਵਾਂ ਦਰਸਾਈਆਂ ਗਈਆਂ ਨੇ। ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਜਿਉਣਾ, ਚੰਗਾ ਮਨੁੱਖ ਕਿਵੇਂ ਬਣਾਉਣਾ ਤੁਹਾਨੂੰ, ਇਸ ਚੀਜ਼ ਦੀਆਂ ਜਿਹੜੀਆਂ ਸੰਭਾਵਨਾਵਾਂ ਉਹ ਦਰਸਾਈਆਂ ਗਈਆਂ ਸੁਖਨ ਸੁਨੇਹੀ ਪੁਸਤਕ ਦੇ ਵਿੱਚ। ਇਹਦੇ ਵਿੱਚ ਇੱਕ ਮਹੱਤਵਪੂਰਨ ਲੇਖ ਹੈ ਨਿਰਾਸ਼ ਹੋਣਾ ਮਨਾ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਲੇਖ ਹੈ। ਤੁਹਾਨੂੰ ਇਹ ਲੇਖ ਤੁਹਾਨੂੰ ਜਿੱਥੇ ਵੀ ਮਿਲਦਾ ਉਹਨੂੰ ਜ਼ਰੂਰ ਪੜ੍ਹਿਓ। ਨਿਰਾਸ਼ ਹੋਣਾ ਮਨਾ ਹੈ, ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਲੇਖ ਹੈ। ਇਹਨਾਂ ਦਾ ਨਾਮ ਤੋਂ ਹੀ ਪਤਾ ਲੱਗੀ ਜਾਂਦਾ ਨਿਰਾਸ਼ ਹੋਣਾ ਮਨਾ ਹੈ, ਤਾਂ ਬਹੁਤ ਵਧੀਆ ਲੇਖ ਹੈ ਇਹਨਾਂ ਦਾ ਜਿਹੜਾ ਹੈਗਾ ਇਹ। ਅਗਲੀ ਆਪਾਂ ਇਹਨਾਂ ਦੀ ਪੁਸਤਕ ਡਿਸਕਸ ਕਰਦੇ ਹਾਂ ਜੀ ਅੰਤਰਝਾਤ। ਜਿਹੜੀ ਅੰਤਰਝਾਤ ਪੁਸਤਕ ਹੈ ਇਹਨਾਂ ਦੀ 1999 ਦੇ ਵਿੱਚ ਛਪਦੀ ਹੈ। ਇਹਦੇ 'ਚ ਕੀ ਦਰਸਾਇਆ ਗਿਆ? ਅੰਤਰਝਾਤ ਕਿ ਆਪਣੀ ਜਿਹੜੀ ਅੰਦਰੂਨੀ ਹੈ ਉਹਨੂੰ ਆਪਾਂ ਨੂੰ ਅੰਦਰੂਨੀ ਸ਼ਕਤੀ ਉਹਨੂੰ ਵਰਤਣਾ ਚਾਹੀਦਾ, ਉਹਨੂੰ ਦੇਖਣਾ ਚਾਹੀਦਾ, ਆਪਦੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਇਹ ਦਰਸਾਇਆ ਗਿਆ ਇਸ ਪੁਸਤਕ ਦੇ ਵਿੱਚ ਅੰਤਰਝਾਤ ਦੇ ਵਿੱਚ। ਇਸ ਦੇ ਵਿੱਚ ਦਰਸਾਇਆ ਹੈ ਕਿ ਹਰ ਮਨੁੱਖ ਨੂੰ ਆਪਣੀਆਂ ਅੰਦਰੂਨੀ ਸ਼ਕਤੀਆਂ ਨੂੰ ਵਰਤਣਾ ਚਾਹੀਦਾ ਹੈ। ਅੱਗੇ ਇਹਨਾਂ ਦੀਆਂ ਹੋਰ ਪ੍ਰਸਿੱਧ ਪੁਸਤਕਾਂ ਨੇ ਰਾਹ ਰਸਤੇ 2002 ਦੇ ਵਿੱਚ ਛਪਦੀ ਹੈ, ਡੂੰਘੀਆਂ ਸ਼ਿਖਰਾਂ 2006 ਦੇ ਵਿੱਚ ਛਪਦੀ ਹੈ, ਮਾਲਾ ਮਨਕੇ ਪੁਸਤਕ ਭਾਗ 1 2007, ਨਰੋਲ ਵਿਚਾਰਾਂ ਦਾ ਸੰਗ੍ਰਹਿ ਬਹੁਤ ਜ਼ਿਆਦਾ ਇੰਪੋਰਟੈਂਟ ਪੁਸਤਕ ਹੈ ਇਹਨਾਂ ਦੀ। ਮਾਲਾ ਮਣਕੇ ਭਾਗ 1 2007 ਦੇ ਵਿੱਚ ਸੰਪਾਦਿਤ ਹੁੰਦੀ ਹੈ। ਅਤੇ ਨਰੋਲ ਜਿਹੜਾ ਹੈਗਾ ਇਹ ਵਿਚਾਰਾਂ ਦਾ ਸੰਗ੍ਰਹਿ ਹੈਗਾ ਗਾ। ਅਤੇ ਮਾਲਾ ਮਣਕੇ ਪੁਸਤਕ ਦੇ ਵਿੱਚੋਂ ਹੀ ਮੈਂ ਤੁਹਾਨੂੰ ਦੱਸਦੀ ਇਹਨਾਂ ਦੀਆਂ ਕੁਛ ਨਾ ਕੁਛ ਕੋਟੇਸ਼ਨਸ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ ਨੇ। ਜਿਵੇਂ ਕਹਿੰਦੇ ਆ ਕਿ ਜਿਹੜਾ ਪਰਿਵਾਰ ਦੀ ਤਾਕਤ ਮੈਂ ਵਿੱਚ ਨਹੀਂ ਅਸੀਂ ਵਿੱਚ ਹੁੰਦੀ ਹੈ। ਹੁਣ ਉਹ ਦੇਖੋ ਕਹਿਣ ਨੂੰ ਤਾਂ ਇੱਕ ਲਾਈਨ ਹੀ ਹੈ ਇਹ ਕਿ ਪਰਿਵਾਰ ਦੀ ਤਾਕਤ ਮੈਂ ਵਿੱਚ ਨਹੀਂ ਅਸੀਂ ਵਿੱਚ ਹੁੰਦੀ ਹੈ, ਪਰ ਦੇਖੋ ਇਹਦੇ ਵਿੱਚ ਕਿੰਨਾ ਡੂੰਘਾ ਅਰਥ ਸੁਝਾਇਆ ਗਿਆ ਹੈ ਕਿ ਪਰਿਵਾਰ ਦੀ ਤਾਕਤ ਮੈਂ ਵਿੱਚ ਨਾ ਹੋ ਕੇ ਅਸੀਂ ਵਿੱਚ ਹੁੰਦੀ ਹੈ। ਇੱਕ ਇਹਦੀ ਹੋਰ ਜਿਹੜੀ ਹੈਗੀ ਹੈ ਮਹੱਤਵਪੂਰਨ ਕੋਟੇਸ਼ਨ ਹੈ, ਲੋਕ ਅਕਸਰ ਮੌਕਿਆਂ ਦੀ ਘਾਟ ਕਰਕੇ ਨਹੀਂ ਦ੍ਰਿੜ ਇਰਾਦੇ ਦੀ ਅਣਹੋਂਦ ਕਰਕੇ ਅਸਫਲ ਹੁੰਦੇ ਹਨ। ਇਹ ਵੀ ਬਹੁਤ ਪ੍ਰਸਿੱਧ ਹੈ, ਇਹਨੂੰ ਸਮਝ ਕੇ ਦੇਖੋ। ਕਹਿੰਦੇ ਲੋਕ ਅਕਸਰ ਮੌਕਿਆਂ ਦੀ ਘਾਟ ਕਰਕੇ ਨਹੀਂ ਦ੍ਰਿੜ ਇਰਾਦੇ ਦੀ ਅਣਹੋਂਦ ਕਰਕੇ ਅਸਫਲ ਹੁੰਦੇ ਹਨ। ਇਹ ਹੈ ਜੀ ਆਪਣੇ ਕੋਲ ਨਰਿੰਦਰ ਸਿੰਘ ਕਪੂਰ ਦੀ ਸ਼ੈਲੀ। ਜਿਹੜੀ ਮਾਲਾ ਮਣਕੇ ਪੁਸਤਕ ਹੈ ਉਹਦੇ ਵਿੱਚ ਇਵੇਂ ਦੀਆਂ ਕੋਟੇਸ਼ਨਸ ਹੈਗੀਆਂ ਜਿਹੜੀ ਕਿ ਹਰ ਕੋਟੇਸ਼ਨ ਬਹੁਤ ਹੀ ਜ਼ਿਆਦਾ ਗੰਭੀਰ ਹੈ, ਬਹੁਤ ਹੀ ਡੂੰਘਾ ਜਿਹੜਾ ਹੈਗਾ ਅਰਥ ਰੱਖਦੀ ਹੈ। ਠੀਕ ਹੈ ਜੀ। ਇਹਦੇ 2 ਭਾਗ ਆਏ ਆਪਣੇ ਕੋਲ ਮਾਲਾ ਮਣਕੇ ਦੇ। ਪਹਿਲਾ ਆਪਣੇ ਕੋਲ ਛਪਿਆ ਹੈਗਾ 2007 ਦੇ ਵਿੱਚ, ਨਰੋਲ ਵਿਚਾਰਾਂ ਦਾ ਸੰਗ੍ਰਹਿ ਹੈ। ਦੂਸਰਾ ਭਾਗ ਆਪਣੇ ਕੋਲ ਇਹਦਾ ਛਪਦਾ ਹੈਗਾ ਜੀ 2017 ਦੇ ਵਿੱਚ। ਇਹ ਦੋਨਾਂ ਦੇ ਸਾਲ ਤੁਸੀਂ ਦੋਨੋਂ ਬੁੱਕਸ ਯਾਦ ਰੱਖਣੀਆਂ। ਭਾਗ 1 2007, ਮਾਲਾ ਮਣਕੇ ਭਾਗ 2 2017।
ਅੱਗੇ ਇਹਨਾਂ ਦੀ ਇੱਕ ਹੋਰ ਪ੍ਰਸਿੱਧ ਪੁਸਤਕ ਹੈ ਕੱਲਿਆਂ ਦਾ ਕਾਫਲਾ। ਇਹ ਵੀ ਬਹੁਤ ਇੰਪੋਰਟੈਂਟ ਬੁੱਕ ਹੈ, 2011 ਦੇ ਵਿੱਚ ਛਪਦੀ ਹੈ ਕੱਲਿਆਂ ਦਾ ਕਾਫਲਾ। ਖਿੜਕੀਆਂ 2014 ਦੇ ਵਿੱਚ ਆਉਂਦੀ ਹੈ। ਦਰ ਦਰਵਾਜ਼ੇ, ਇਹ ਵੀ ਇਹਨਾਂ ਦੀ ਬਹੁਤ ਮਹੱਤਵਪੂਰਨ ਪੁਸਤਕ ਹੈਗੀ ਹੈ, ਦਰ ਦਰਵਾਜ਼ੇ। ਦਰ ਦਰਵਾਜ਼ੇ ਦੇ ਵਿੱਚ ਕੀ ਪੇਸ਼ ਕੀਤਾ ਗਿਆ? ਇਹਦੇ ਵਿੱਚ ਨਿਰਾਸ਼ਾ ਤੋਂ ਆਸ਼ਾ ਵੱਲ ਪ੍ਰੇਰਿਤ ਕੀਤਾ ਗਿਆ। ਤੁਹਾਨੂੰ ਕੁਛ ਵੀ ਚਾਰ ਮਤਲਬ ਆਪਸ਼ਨ ਦੇ ਵਿੱਚ ਬੁੱਕਸ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਨਰਿੰਦਰ ਸਿੰਘ ਕਪੂਰ ਦੀ ਕਿਹੜੀ ਪੁਸਤਕ ਹੈ ਜਿਹੜੀ ਨਿਰਾਸ਼ਾ ਤੋਂ ਆਸ਼ਾ ਵੱਲ ਪ੍ਰੇਰਿਤ ਕਰਦੀ ਹੈ, ਤਾਂ ਆਪਣੇ ਕੋਲ ਪੁਸਤਕ ਆਏਗੀ ਜੀ ਦਰ ਦਰਵਾਜ਼ੇ। ਠੀਕ ਹੈ ਜੀ। ਅੱਗੇ ਇਹਨਾਂ ਦੀ ਪੁਸਤਕ ਹੈ ਇੱਕ ਹੋਰ ਪ੍ਰਸਿੱਧ ਬੁਨਿਆਦੀ। ਜਿਹੜੀ ਬੁਨਿਆਦੀ ਪੁਸਤਕ ਹੈ ਇਹਦੇ ਵਿੱਚ ਇਹਨਾਂ ਨੇ ਕੀ ਪੇਸ਼ ਕੀਤਾ ਹੈ? ਇਹਦੇ ਵਿੱਚ ਪੁਸਤਕ ਰਾਹੀਂ ਪਾਠਕਾਂ ਦੀ 3 ਤਰ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੇਪਰ 'ਚ ਕੁਐਸਚਨ ਇਹ ਆਇਆ ਸੀਗਾ ਕਿ 3 ਤਰ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਿਹੜੀ ਪੁਸਤਕ ਦੇ ਵਿੱਚ ਕੀਤੀ ਗਈ ਹੈ, ਤਾਂ ਉਹ ਆਪਣੇ ਕੋਲ ਆਉਂਦੀ ਹੈ ਜੀ ਬੁਨਿਆਦਾਂ। ਠੀਕ ਹੈ ਜੀ। ਅੱਗੇ ਇੱਕ ਹੋਰ ਇਹਨਾਂ ਦਾ ਮਹੱਤਵਪੂਰਨ ਲੇਖ ਹੈ, ਮੈਂ ਇੱਥੇ ਮੈਂਸ਼ਨ ਨਹੀਂ ਕੀਤਾ ਪਰ ਤੁਸੀਂ ਅਲੱਗ ਤੋਂ ਉਹਨੂੰ ਨੋਟ ਕਰ ਲਓ, ਸੁੱਕ ਗਏ ਦਰਿਆਵਾਂ ਦੇ ਪਾਣੀ। ਬਹੁਤ ਮਹੱਤਵਪੂਰਨ ਲੇਖ ਹੈ। ਇਹਦੇ ਵਿੱਚ ਇਹਨਾਂ ਨੇ ਕੀ ਦੱਸਿਆ? ਇਹਦੇ ਵਿੱਚ ਕਪੂਰ ਸਿੰਘ ਨੇ, ਨਰਿੰਦਰ ਸਿੰਘ ਕਪੂਰ ਨੇ ਆਪਣੀ ਪਾਣੀ ਦੀ ਅਜਾਈ ਗਵਾਉਣ ਦੀ ਸਮੱਸਿਆ ਨੂੰ ਜ਼ਾਹਰ ਕੀਤਾ, ਸੁੱਕ ਗਏ ਦਰਿਆਵਾਂ ਦੇ ਪਾਣੀ ਦੇ ਵਿੱਚ। ਤਾਂ ਇਹ ਲੇਖ ਨੂੰ ਤੁਸੀਂ ਅਲੱਗ ਤੋਂ ਨੋਟ ਕਰ ਲਿਓ ਅਤੇ ਇਹਨੂੰ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਯਾਦ ਰੱਖਣਾ ਹੈ। ਅੱਗੇ ਦੇਖਦੇ ਹਾਂ ਜੀ ਆਪਾਂ ਇਹਨਾਂ ਦੀ ਸਫ਼ਰਨਾਮਾ ਰਚਨਾ। ਇੱਕ ਵਾਰੀ ਬੁੱਕਸ ਨੂੰ ਫਿਰ ਅਲੱਗ ਤੋਂ ਦੁਬਾਰਾ ਦੇਖ ਲਓ, ਬੁੱਕਸ ਦੇ ਨੇਮ ਨੂੰ। ਵਿਆਖਿਆ ਵਿਸ਼ਲੇਸ਼ਣ, ਤਰਕਵੇਦ। ਇਹਦਾ ਟ੍ਰਿਕ ਹੈ ਇੱਕ, ਜਿਵੇਂ ਮੈਂ ਇਹਦਾ ਕੀ ਟ੍ਰਿਕ ਬਣਦਾ ਤੁਹਾਡੇ ਕੋਲ ਦੇਖੋ। ਜੇ ਆਪਾਂ ਵਿਆਖਿਆ ਵਿਸ਼ਲੇਸ਼ਣ ਕਰਦੇ ਹਾਂ, ਆਪਾਂ ਕਿਸੇ ਚੀਜ਼ ਦਾ ਵਿਸ਼ਲੇਸ਼ਣ ਕਰ ਰਹੇ ਹਾਂ ਤਾਂ ਉਹ ਕਿਵੇਂ ਹੋਊਗਾ? ਜੇ ਆਪਣੇ ਕੋਲ ਤਰਕ ਹੋਊਗਾ ਤਾਂ ਉੱਥੋਂ ਤੁਸੀਂ ਯਾਦ ਕਰ ਲਿਓ ਤਰਕਵੇਦ। ਤਰਕ ਕਿੱਥੋਂ ਆਉਂਦਾ ਹੈ? ਆਪਣੇ ਕੋਲੇ ਘਾਟ ਦਾ ਪਾਣੀ, ਜਿਵੇਂ ਇੱਕ ਮੁਹਾਵਰਾ ਹੁੰਦਾ ਨਾ ਵੀ ਇਹਨੇ ਘਾਟ ਦਾ ਪਾਣੀ ਪੀਤਾ, ਉਹ ਚੀਜ਼ ਹੈ। ਜੇ ਆਪਾਂ ਘਾਟ ਦਾ ਪਾਣੀ ਅਲੱਗ-ਅਲੱਗ ਤਰ੍ਹਾਂ ਦੇ ਅਨੁਭਵ ਆਪਣੀ ਜ਼ਿੰਦਗੀ ਦੇ ਵਿੱਚ ਹੋਣਗੇ ਤਾਂ ਆਪਣਾ ਤਰਕਵੇਦ ਹੋਊਗਾ। ਨੈਕਸਟ ਹੈ ਫਿਰ ਵਿਆਖਿਆ ਵਿਸ਼ਲੇਸ਼ਣ ਹੋ ਕਿਵੇਂ ਸਕਦਾ? ਆਮੋ ਸਾਹਮਣੇ ਬੈਠ ਕੇ। ਤਾਂ ਇੱਥੋਂ ਤੁਸੀਂ ਆਮੋ ਸਾਹਮਣੇ ਯਾਦ ਕਰ ਲਿਓ। ਇਹ 4 ਬੁੱਕਸ ਤੁਹਾਨੂੰ ਇਹਦੇ ਨਾਲ ਰਿਲੇਟ ਯਾਦ ਰਹਿ ਜਾਣੀਆਂ ਕਿ ਵਿਆਖਿਆ ਵਿਸ਼ਲੇਸ਼ਣ ਦੇ ਲਈ ਤਰਕਵੇਦ ਹੋਣਾ ਚਾਹੀਦਾ, ਤਰਕਵੇਦ ਕਰਨ ਦੇ ਲਈ ਘਾਟ ਦਾ ਪਾਣੀ ਮਤਲਬ ਵੱਖ-ਵੱਖ ਤਰ੍ਹਾਂ ਦੇ ਐਕਸਪੀਰੀਅੰਸ ਹੋਣੇ ਚਾਹੀਦੇ ਹੈ, ਅਤੇ ਵਿਆਖਿਆ ਵਿਸ਼ਲੇਸ਼ਣ ਕਰਨ ਦੇ ਲਈ ਆਪਾਂ ਨੂੰ ਆਮੋ ਸਾਹਮਣੇ ਬੈਠਣਾ ਚਾਹੀਦਾ। ਇੱਥੋਂ ਤੁਹਾਨੂੰ ਚਾਰੇ ਪੁਸਤਕਾਂ ਦੇ ਨਾਮ ਹੈ ਜਿਹੜੇ ਇਸ ਟ੍ਰਿਕ ਦੇ ਨਾਲ ਤੁਹਾਨੂੰ ਯਾਦ ਹੋ ਜਾਣਗੇ। ਅੱਗੇ ਇਹਨਾਂ ਦੀਆਂ ਬੂਹੇ, ਬਾਰੀਆਂ, ਦਰਵਾਜ਼ੇ, ਇਹ ਤੁਹਾਨੂੰ ਪਤਾ ਹੀ ਹੈ ਸਾਰੇ ਇੱਕੋ ਟਾਈਪ ਦੇ ਸ਼ਬਦ ਹੈਗੇ ਆ, ਇੱਕੋ ਟਾਈਪ ਦੇ ਇਹਨਾਂ ਦੇ ਅਰਥ ਹੈ, ਅਤੇ ਇਹਨਾਂ ਨੂੰ ਤੁਸੀਂ ਉਸ ਤਰੀਕੇ ਨਾਲ ਯਾਦ ਕਰ ਲਿਓ। ਜਿਵੇਂ ਆਪਣੇ ਕੋਲ ਬੂਹੇ ਬਾਰੀਆਂ, ਸੁਖਨ ਸੁਨੇਹੇ, ਰਾਹ ਰਸਤੇ, ਡੂੰਘੀਆਂ ਸਿਖਰਾਂ, ਖਿੜਕੀਆਂ, ਦਰ ਦਰਵਾਜ਼ੇ। ਇਹ ਤੁਹਾਨੂੰ ਇਸ ਵੇ ਨਾਲ ਯਾਦ ਰਹਿ ਜਾਊਗਾ। ਮਾਲਾ ਮਣਕੇ ਇਹਨਾਂ ਦੀ ਬਹੁਤ ਇੰਪੋਰਟੈਂਟ ਪੁਸਤਕਾਂ ਹੈਗੀਆਂ ਹੀ ਹੈ, ਇਹਨਾਂ ਨੂੰ ਤੁਸੀਂ ਅਲੱਗ ਤੋਂ ਯਾਦ ਕਰ ਸਕਦੇ ਹੋ। ਇਹ ਤਾਂ ਤੁਸੀਂ ਪੜ੍ਹੀਆਂ ਵੀ ਹੋਣਗੀਆਂ ਕਿਉਂਕਿ ਇਹ ਪੁਸਤਕਾਂ ਇਹਨਾਂ ਦੀਆਂ ਬਹੁਤ ਪ੍ਰਸਿੱਧ ਨੇ। ਮਾਲਾ ਮਣਕੇ, ਇਸ ਟ੍ਰਿਕ ਦੇ ਨਾਲ ਤੁਸੀਂ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਯਾਦ ਕਰ ਸਕਦੇ ਹੋ। ਅੱਗੇ ਦੇਖਦੇ ਹਾਂ ਜੀ ਆਪਾਂ ਇਹਨਾਂ ਦੀ ਸਫ਼ਰਨਾਮਾ ਰਚਨਾ। ਸਫ਼ਰਨਾਮਾ ਰਚਨਾ ਦੇ ਵਿੱਚ ਇੱਕ ਇਹਨਾਂ ਦਾ ਜਿਹੜਾ ਪਹਿਲਾ ਸਫ਼ਰਨਾਮਾ ਆਪਣੇ ਕੋਲ ਆਉਂਦਾ ਹੈਗਾ ਉਹ ਹੈਗਾ ਜੀ ਸੱਚੋ ਸੱਚ। ਸੱਚੋ ਸੱਚ ਸਫ਼ਰਨਾਮਾ ਇਹਨਾਂ ਦਾ 1990 ਦੇ ਵਿੱਚ ਛਪਦਾ ਹੈ। ਇਸ ਸਫ਼ਰਨਾਮੇ 'ਚ ਡਾਕਟਰ ਨਰਿੰਦਰ ਸਿੰਘ ਕਪੂਰ ਲਿਖਦੇ ਹੈ ਕਿ ਅਮਰੀਕਾ ਦੀ ਸੈਰ ਉਹਨਾਂ ਨੇ ਆਪਦੇ ਦੋਸਤਾਂ ਦੇ ਸਿਰਾਂ 'ਤੇ ਕੀਤੀ। ਉਹ ਕਹਿੰਦੇ ਆ ਵੀ ਸਾਨੂੰ ਦੋਸਤਾਂ ਨੇ ਮੈਨੂੰ ਮੋਟੀਵੇਟ ਕੀਤਾ ਅਤੇ ਦੋਸਤਾਂ ਦੇ ਸਿਰਾਂ ਦੇ ਉੱਪਰ ਹੀ ਜਿਹੜੀ ਅਮਰੀਕਾ ਦੀ ਸੈਰ ਹੈ ਮੈਂ ਕੀਤੀ ਹੈ। ਸੱਚੋ ਸੱਚ ਦੇ ਵਿੱਚ ਉਹਨਾਂ ਨੇ ਇਹ ਚੀਜ਼ ਬਿਆਨ ਕੀਤੀ ਹੈ। ਤਾਂ ਇਸ ਸਫ਼ਰਨਾਮੇ ਦੇ ਵਿੱਚ ਕੁੱਲ 11 ਕਾਂਡ ਨੇ। ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ ਕਿ ਸੱਚੋ ਸੱਚ ਸਫ਼ਰਨਾਮਾ 4 ਕੁਐਸਚਨ ਤੁਹਾਡੇ ਸਾਹਮਣੇ ਆਉਂਦੇ ਆ। ਸੱਚੋ ਸੱਚ ਸਫ਼ਰਨਾਮਾ ਹੈ ਕਿਹਨਾਂ ਦਾ ਜੀ? ਡਾਕਟਰ ਨਰਿੰਦਰ ਸਿੰਘ ਕਪੂਰ ਦਾ। ਕਿਹੜੀ ਈਸਵੀ ਦੇ ਵਿੱਚ ਸੰਪਾਦਿਤ ਹੁੰਦਾ ਹੈ? 1990 ਦੇ ਵਿੱਚ। ਕਿਹੜੇ ਦੇਸ਼ ਦੀ ਯਾਤਰਾ ਕੀਤੀ ਗਈ ਹੈ ਇਹਦੇ 'ਚ? ਅਮਰੀਕਾ ਦੀ। ਠੀਕ ਹੈ ਜੀ। ਕਿਹਨਾਂ ਦੇ ਕਹਿਣ 'ਤੇ ਕੀਤੀ ਗਈ ਹੈ ਜਾਂ ਕਿਹਨਾਂ ਦੀ ਪ੍ਰੇਰਨਾ ਸਦਕਾ ਕੀਤੀ ਗਈ ਹੈ? ਤਾਂ ਉਹਨਾਂ ਦੇ ਦੋਸਤਾਂ ਦੀ ਪ੍ਰੇਰਨਾ ਸਦਕਾ। ਕਿੰਨੇ ਕਾਂਡ ਹੈ ਜੀ ਇਹਦੇ 'ਚ? 11 ਕਾਂਡ ਨੇ। ਠੀਕ ਹੈ ਜੀ। ਇਹ ਸਾਰੀ ਡਿਟੇਲ ਤੁਸੀਂ ਇਹਦੀ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਯਾਦ ਕਰਨੀ ਹੈਗੀ ਹੈ। ਇੱਕ ਚੀਜ਼ ਹੋਰ ਹੈ, ਇਸੇ ਸਫ਼ਰਨਾਮੇ ਦੇ ਵਿੱਚ ਹੀ ਉਹਨਾਂ ਨੇ ਪੈਰਿਸ, ਕੁਵੈਤ ਅਤੇ ਲੰਡਨ ਵੀ ਘੁੰਮੇ ਹੈ। ਉੱਥੋਂ ਦੀ ਜਾਣਕਾਰੀ ਵੀ ਉਹਨਾਂ ਨੇ ਸਾਂਝੀ ਕੀਤੀ ਹੈ ਸੱਚੋ ਸੱਚ ਦੇ ਵਿੱਚ। ਇਕੱਲੀ ਅਮਰੀਕਾ ਤਾਂ ਚਲੋ ਜ਼ਿਆਦਾ ਹੈਗੀ ਹੈ, ਇਸ ਤੋਂ ਇਲਾਵਾ ਹੋਰ ਕਿਹੜੇ ਜਗ੍ਹਾ 'ਤੇ ਗਏ ਹੈ? ਪੈਰਿਸ, ਕੁਵੈਤ ਅਤੇ ਲੰਡਨ। ਇਹ ਤਿੰਨੋਂ ਨਾਮ ਤੁਸੀਂ ਯਾਦ ਰੱਖਣੇ ਹੈ। ਸੱਚੋ ਸੱਚ ਦੇ ਵਿੱਚ ਇਹਨਾਂ ਦਾ ਵੀ ਜ਼ਿਕਰ ਆਉਂਦਾ ਹੈਗਾ, ਪੈਰਿਸ ਦਾ, ਕੁਵੈਤ ਦਾ ਅਤੇ ਲੰਡਨ ਦਾ। ਅੱਗੇ ਇਹਨਾਂ ਦਾ ਇੱਕ ਹੋਰ ਆਪਣੇ ਕੋਲ ਆਉਂਦਾ ਸਫ਼ਰਨਾਮਾ ਕੰਧੇੜੇ ਚੜ੍ਹ ਵੇਖਿਆ ਅਮਰੀਕਾ। ਇਹ ਵੀ ਅਮਰੀਕਾ ਦੇ ਸਫ਼ਰ ਦਾ ਹੀ ਜਿਹੜਾ ਜ਼ਿਕਰ ਹੈ ਇਹਦੇ ਵਿੱਚ ਕੀਤਾ ਗਿਆ ਹੈਗਾ। ਕੰਧੇਰੇ ਚੜ੍ਹ ਵੇਖਿਆ ਅਮਰੀਕਾ ਦੇ ਵਿੱਚ। ਇਹ 2 ਇਹਨਾਂ ਦੇ ਸਫ਼ਰਨਾਮੇ ਜੀ ਬਹੁਤ ਪ੍ਰਸਿੱਧ।
ਅੱਗੇ ਦੇਖਦੇ ਹਾਂ ਜੀ ਆਪਾਂ ਇਹਨਾਂ ਦੀਆਂ, ਇਹਦੀ ਸਵੈ ਜੀਵਨੀ ਹੈ, ਇਹਦਾ ਨਾਮ ਤੁਸੀਂ ਯਾਦ ਰੱਖਣਾ ਹੈ, ਈਸਵੀ ਤੁਸੀਂ ਯਾਦ ਰੱਖਣੀ ਹੈ, ਧੁੱਪਾਂ ਛਾਵਾਂ 2021 ਦੇ ਵਿੱਚ ਸੰਪਾਦਿਤ ਹੁੰਦੀ ਹੈ ਇਹਨਾਂ ਦੀ ਸਵੈ ਜੀਵਨੀ ਧੁੱਪਾਂ ਛਾਵਾਂ। ਅੱਗੇ ਇਹਨਾਂ ਦੀਆਂ ਹੈਗੀਆਂ ਜੀ ਆਲੋਚਨਾ ਅਤੇ ਖੋਜ ਭਰਪੂਰ ਪੁਸਤਕਾਂ, ਜਿਹੜੀਆਂ ਇਹਨਾਂ ਨੇ ਆਲੋਚਨਾ ਤੇ ਖੂਬ ਆਪਣੀ ਖੋਜ ਭਰਪੂਰ ਪੁਸਤਕਾਂ ਲਿਖੀਆਂ, ਉਹਨਾਂ ਦਾ ਜ਼ਿਕਰ ਆਪਾਂ ਕਰਦੇ ਹਾਂ। ਤਾਂ ਸਭ ਤੋਂ ਪਹਿਲੀ ਪੁਸਤਕ ਆਪਣੇ ਕੋਲ ਆਉਂਦੀ ਹੈ, ਇਹਨਾਂ ਨੇ ਪੰਜਾਬੀ ਪੱਤਰਕਾਰੀ ਦੇ ਵਿੱਚ PhD ਕੀਤੀ ਹੋਈ ਸੀ, ਤਾਂ ਉਸੇ ਆਪਦੀ ਖੋਜ 'ਤੇ ਆਧਾਰਿਤ ਪੁਸਤਕ ਇਹਨਾਂ ਨੇ ਲਿਖੀ ਹੈ ਪੰਜਾਬੀ ਪੱਤਰਕਾਰੀ ਦਾ ਵਿਕਾਸ। ਇਹ 1999 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਨੈਕਸਟ ਇਹਨਾਂ ਦੀ ਹੈਗੀ ਹੈ ਜੀ ਜੀਵਨੀ ਮਾਰਟਿਨ ਲੂਥਰ ਕਿੰਗ ਜੀਵਨੀ ਹੈ ਇਹਨਾਂ ਦੀ, ਠੀਕ ਹੈ ਜੀ। ਤੀਸਰਾ ਇਹਨਾਂ ਨੇ ਆਪਣੇ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਵਾਰਤਕਾਰ ਗਿਆਨੀ ਦਿੱਤ ਸਿੰਘ ਜੀਵਨੀ ਤੇ ਰਚਨਾ, ਗਿਆਨੀ ਦਿੱਤ ਸਿੰਘ ਜੀ ਦੀ ਜੀਵਨੀ ਤੇ ਰਚਨਾ ਬਾਰੇ ਵੀ ਡਿਸਕਸ਼ਨ ਕੀਤੀ ਹੈ। ਇਹ ਤਿੰਨ, ਇੱਕ ਇਹਨਾਂ ਦੀ ਹੋਰ ਹੈਗੀ ਆਪਣੇ ਕੋਲ ਜਿਹੜੀ ਹੈਗੀ ਹੈ ਸਵੈ ਜੀਵਨੀ, ਉਹ ਕਿਹੜੀ ਹੈ ਪੰਜਾਬੀ ਕਵਿਤਾ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ। ਅਤੇ ਚਾਰੇ ਜਿਹੜੀਆਂ ਆਪਣੇ ਕੋਲ ਇਹਨਾਂ ਦੀਆਂ ਹੈਗੀਆਂ ਨੇ ਖੋਜ ਭਰਪੂਰ ਪੁਸਤਕਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਪੰਜਾਬੀ ਪੱਤਰਕਾਰੀ ਦਾ ਵਿਕਾਸ, ਮਾਰਟਿਨ ਲੂਥਰ ਕਿੰਗ ਗਿਆਨੀ ਦਿੱਤ ਸਿੰਘ ਜੀਵਨੀ ਤੇ ਰਚਨਾ, ਅਤੇ ਚੌਥੀ ਹੈਗੀ ਹੈ ਪੰਜਾਬੀ ਕਵਿਤਾ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ। ਇਹਨਾਂ ਨੂੰ ਤੁਸੀਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਯਾਦ ਰੱਖਣਾ, ਆਲੋਚਨਾ ਅਤੇ ਖੋਜ ਭਰਪੂਰ ਪੁਸਤਕਾਂ ਨੂੰ। ਅੱਗੇ ਦੇਖਦੇ ਹਾਂ ਜੀ ਆਪਾਂ, ਇਹਨਾਂ ਨੇ ਕੁਛ ਜਿਹੜੀਆਂ ਪੁਸਤਕਾਂ ਹੈਗੀਆਂ ਨੇ ਅਨੁਵਾਦਿਤ ਕੀਤੀਆਂ ਹੋਈਆਂ। ਕਿਹੜੀਆਂ ਪੁਸਤਕਾਂ ਇਹਨਾਂ ਦੀਆਂ ਅਨੁਵਾਦਿਤ? ਪਿਓ ਪੁੱਤ ਹੈ ਜੀ ਤੁਰਗਨੇਵ ਦੀ ਰਚਨਾ, ਇਹਨਾਂ ਦਾ ਇਹਨਾਂ ਨੇ ਅਨੁਵਾਦ ਕੀਤਾ। ਗਾਥਾ ਭਾਰਤ ਦੇਸ਼ ਦੀ ਜਵਾਹਰ ਲਾਲ ਨਹਿਰੂ ਦੀ ਰਚਨਾ ਹੈ, ਇਹਨਾਂ ਦਾ ਵੀ ਇਹਨਾਂ ਨੇ ਅਨੁਵਾਦ ਕੀਤਾ ਹੈਗਾ। ਅੱਗੇ ਹੈਗੀ ਹੈ ਜੀ ਬਾਬਾ ਨੋਧ ਸਿੰਘ ਭਾਈ ਵੀਰ ਸਿੰਘ ਦੀ ਰਚਨਾ, ਇਹਨਾਂ ਦਾ ਵੀ ਇਹਨਾਂ ਨੇ ਅਨੁਵਾਦ ਕੀਤਾ। ਅੱਗੇ ਇਹਨਾਂ ਦੀ ਇੱਕ ਹੋਰ ਪ੍ਰਸਿੱਧ ਰਚਨਾ ਆਪਣੇ ਕੋਲ ਆਉਂਦੀ ਹੈ ਸਦੀਵੀ ਵਿਦਰੋਹੀ ਭਗਤ ਸਿੰਘ, ਇਹਨਾਂ ਦਾ ਵੀ ਇਹਨਾਂ ਨੇ ਅਨੁਵਾਦ ਕੀਤਾ ਹੈਗਾ। ਇਹ ਇਹਨਾਂ ਦੀਆਂ ਚਾਰੇ ਜਿਹੜੀਆਂ ਹੈਗੀਆਂ ਨੇ ਅਨੁਵਾਦਿਤ ਪੁਸਤਕਾਂ ਨੇ। ਇਹ ਸੀਗੀਆਂ ਆਪਣੇ ਕੋਲ ਟੋਟਲ ਸਾਰੀਆਂ ਰਚਨਾਵਾਂ ਇਹਨਾਂ ਦੀਆਂ ਜਿਹੜੀਆਂ ਕਿ ਇਹਨਾਂ ਨੇ ਲਿਖੀਆਂ ਨੇ। ਇਹਨਾਂ ਨੇ ਨਿਬੰਧ ਮਤਲਬ ਨਿਬੰਧਾਂ ਦੀ ਰਚਨਾ ਕੀਤੀ ਹੈ, ਇਹਨਾਂ ਨਰੋਲ ਵਿਚਾਰਾਂ ਦੇ ਸੰਗ੍ਰਹਿ ਲਿਖੇ ਹੈ ਜਿਵੇਂ ਮਾਲਾ ਮਣਕੇ ਹੈਗਾ ਗਾ। ਫਿਰ ਇਹਨਾਂ ਨੇ ਸਵੈ ਜੀਵਨੀ ਲਿਖੀ ਹੈ ਧੁੱਪਾਂ ਛਾਵਾਂ, ਸਫ਼ਰਨਾਮੇ ਲਿਖੇ ਹੈ, ਆਲੋਚਨਾ ਪੁਸਤਕਾਂ ਲਿਖੀਆਂ ਅਤੇ ਇਹਨਾਂ ਨੇ ਅਨੁਵਾਦ ਕੀਤੇ ਹੈ। ਠੀਕ ਹੈ ਜੀ, ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਸਾਰਾ ਆਪਾਂ ਕਰਦੇ ਹਾਂ ਦੁਬਾਰਾ ਇਹਨਾਂ ਨੂੰ ਡਿਸਕਸ। ਤਾਂ ਇਹ ਸੀਗੀ ਆਪਣੇ ਕੋਲ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ, ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। ਇਹਨਾਂ ਦੇ ਵਿੱਚੋਂ ਆਹ 2 ਪੁਆਇੰਟ ਜਨਮ ਅਤੇ ਜਨਮ ਸਥਾਨ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਨੈਕਸਟ ਆਪਣੇ ਕੋਲ ਇਹਨਾਂ ਦਾ ਕਾਲ ਅਤੇ ਪੜਾਅ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਜਿਹੜਾ ਇਹਨਾਂ ਦੇ ਪਿਤਾ ਮਾਤਾ ਅਤੇ ਪਤਨੀ ਬਾਰੇ ਜਾਣਕਾਰੀ ਹੈ, ਪੇਪਰ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਕਹਿ ਤਾਂ ਕੁਛ ਨਹੀਂ ਸਕਦੇ, ਪੁੱਛਿਆ ਜਾ ਸਕਦਾ ਪਰ ਅੱਜ ਤੱਕ ਕਦੇ ਆਇਆ ਨਹੀਂ ਹੈਗਾ। ਬਟ ਜਨਮ ਸਥਾਨ ਅਤੇ ਉਹਨਾਂ ਦਾ ਜੀਵਨ ਕਾਲ, ਕਾਲ ਅਤੇ ਪੜਾਅ, ਇਹ 'ਚੋਂ ਕੁਐਸਚਨ ਹਮੇਸ਼ਾ ਬਣਦਾ, ਤਾਂ ਇਹਨਾਂ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅੱਗੇ ਇਹਨਾਂ ਦੇ ਜੀਵਨ ਬਾਰੇ ਮਹੱਤਵਪੂਰਨ ਜਾਣਕਾਰੀ ਹੈ, ਆਹ ਤੁਸੀਂ ਯਾਦ ਰੱਖਿਓ ਕਿ ਦੇਸ਼ ਵੰਡ ਤੋਂ ਬਾਅਦ ਇਹ ਪਟਿਆਲੇ ਤੋਂ ਫਿਰ ਅੰਬਾਲੇ ਅਤੇ ਫਿਰ ਪਟਿਆਲੇ ਗਈ ਹੈ। ਆਹ ਤੁਹਾਡੀ ਮਤਲਬ ਜਾਣਕਾਰੀ 'ਚ ਵਾਧਾ ਕਰਨ ਦੇ ਲਈ ਹੈ ਕਿ ਇਹਨਾਂ ਨੇ ਇੰਨੇ ਤਰ੍ਹਾਂ ਦੇ ਕੰਮ ਕੀਤੇ ਹੈ, ਇਵੇਂ ਦੀਆਂ ਇਹਨਾਂ ਨੇ ਆਰਥਿਕ ਤੰਗੀਆਂ ਦਾ ਸਾਹਮਣਾ ਵੀ ਕੀਤਾ ਹੈਗਾ। ਅੱਗੇ ਦਾ ਜਿਹੜਾ ਸੈਕਿੰਡ ਪੁਆਇੰਟ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੇਪਰ ਦੇ ਪੁਆਇੰਟ ਆਫ ਵਿਊ 'ਚੋਂ ਇਹ 'ਚੋਂ ਕੁਐਸਚਨ ਜਿਹੜਾ ਹੈ ਉਹ ਬਣਦਾ ਹੈ ਕਿ ਕਿੱਥੋਂ ਇਹਨਾਂ ਨੂੰ ਪੜ੍ਹਨ ਦੀ ਸਟੱਡੀ ਲੱਗੀ ਹੈ। ਤਾਂ 2 ਨਾਮ ਤੁਸੀਂ ਯਾਦ ਰੱਖਣੇ, ਮੈਂ ਪਹਿਲਾਂ ਹੀ ਦੱਸਿਆ ਸੀ, ਅਜੀਤ ਅਖਬਾਰ ਅਤੇ ਪਟਿਆਲਾ ਦੀ ਸੈਂਟਰਲ ਲਾਇਬ੍ਰੇਰੀ। ਇਹਨਾਂ ਦੇ ਪੜ੍ਹਾਈ ਦੇ ਬਾਰੇ ਜਿਹੜੀ ਸੀਗੀ ਮੁੱਢਲੀ ਜਾਣਕਾਰੀ, 3 ਵਿਸ਼ਿਆਂ ਦੀ ਇਹਨਾਂ ਨੇ MA ਕੀਤੀ ਹੋਈ ਸੀ, ਹੈ ਨਾ, PhD ਕੀਤੀ ਹੈ ਇਹਨਾਂ ਨੇ ਪੰਜਾਬੀ ਪੱਤਰਕਾਰੀ ਦੀ, ਅਤੇ ਫਰੈਂਚ ਦਾ ਡਿਪਲੋਮਾ ਅਤੇ LLB। ਇਹ ਤੁਸੀਂ ਇਹਨਾਂ ਦੀ ਪੜ੍ਹਾਈ ਬਾਰੇ ਮੁੱਢਲੀ ਜਾਣਕਾਰੀ ਯਾਦ ਕਰਨੀ ਹੈ। ਅੱਗੇ ਆਉਂਦਾ ਜੀ ਇਹਨਾਂ ਦੀ ਨੌਕਰੀ ਬਾਰੇ ਕਿ ਕਿੱਥੇ ਕਿੱਥੇ ਇਹਨਾਂ ਨੇ ਨੌਕਰੀ ਕੀਤੀ, ਆਪਾਂ ਸਾਰਾ ਇਹਦੇ ਬਾਰੇ ਡਿਸਕਸ ਕਰ ਹੀ ਲਿਆ। ਇਹਦੇ ਵਿੱਚ ਬਸ ਇੱਕ ਮੇਨ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਇਹ ਹੈ ਕਿ ਆਪ ਨੂੰ ਜਿਹੜੇ ਬੱਚੇ ਆ ਉਹ ਕਿਹੜੇ ਨਾਮ ਨਾਲ ਬੁਲਾਉਂਦੇ ਸੀ, ਤਾਂ ਆਪਣੇ ਕੋਲ ਇਹਨਾਂ ਦਾ ਨਾਮ ਸੀਗਾ ਜੀ ਬੇਬੀ ਪ੍ਰੋਫੈਸਰ। ਅੱਗੇ ਇਹਨਾਂ ਦੀ ਮਤਲਬ ਸਾਰੀ ਨੌਕਰੀ ਬਾਰੇ ਜਾਣਕਾਰੀ ਸੀਗੀ ਕਿ 2004 ਦੇ ਵਿੱਚ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਈ ਹੈ। ਨੈਕਸਟ ਸੀਗਾ ਜੀ ਇਹਨਾਂ ਦਾ ਪ੍ਰਭਾਵ ਕਿ ਇਹਨਾਂ ਨੇ ਕਿਹੜੇ ਵਿਦਵਾਨਾਂ ਦਾ ਪ੍ਰਭਾਵ ਜਿਹੜਾ ਇੱਕ ਬੂਲੇ ਇਹਨਾਂ ਦੇ ਨਾਮ ਤੁਸੀਂ ਯਾਦ ਰੱਖਣੇ ਹੈ। ਅੱਗੇ ਆ 3 ਪ੍ਰਸਿੱਧ ਵਾਰਤਕਾਰ ਹੈ ਜਿਨ੍ਹਾਂ ਨੂੰ ਇਹਨਾਂ ਨੇ ਆਦਰਸ਼ ਮੰਨਿਆ, ਨਿੱਕੇ ਨਿੱਕੇ ਵਾਕ ਲਿਖਣ ਦੀ ਪ੍ਰੇਰਨਾ ਲਈ ਹੈ, ਅਤੇ ਸਾਹਿਤ ਦੇ ਵਿੱਚ ਰੋਮਾਂਸ ਕਿਵੇਂ ਲੈ ਕੇ ਆਉਣਾ ਹੈ, ਇਹ ਇਸ ਚੀਜ਼ ਦੀ ਪ੍ਰੇਰਨਾ ਲਈ ਹੈ, ਅਤੇ ਤਿੰਨੋਂ ਤੁਸੀਂ ਯਾਦ ਰੱਖਣੇ ਹੈ। ਆਹ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਸ਼ਬਦਾਂ ਦਾ ਵਣਜਾਰਾ ਕਿਹਨਾਂ ਨੂੰ ਕਿਹਾ ਜਾਂਦਾ ਜੀ, ਡਾਕਟਰ ਨਰਿੰਦਰ ਸਿੰਘ ਕਪੂਰ ਨੂੰ। ਅੱਗੇ ਇਹਨਾਂ ਦੀ ਸ਼ੈਲੀ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਨਾਂ ਦੀ ਨਿਵੇਕਲੀ ਸ਼ੈਲੀ ਹੈ ਨਾ, ਇਹ ਸੀਗੀ ਇਹਨਾਂ ਦੀ ਸ਼ੈਲੀ ਬਾਰੇ ਰਚਨਾ ਕਿ ਕਿਵੇਂ ਦੀ ਇਹ ਸ਼ੈਲੀਕਾਰ ਨੇ, ਅਤੇ ਇਹ ਆਪਣੀ ਜਿਹੜੀ ਹੈਗੀ ਆ ਉਹ ਨਿਵੇਕਲੀ ਸ਼ੈਲੀ ਦੇ ਨਾਲ ਰਚਨਾ ਕਰਦੇ ਹੈਗੇ ਆ, ਮਨੋਵਿਗਿਆਨਿਕ ਵਿਸ਼ਲੇਸ਼ਣ ਵਾਲੀ ਸ਼ੈਲੀ ਹੈ। ਇਹਨਾਂ ਦੀ ਸ਼ੈਲੀ ਬਾਰੇ ਇੱਕ ਮਹੱਤਵਪੂਰਨ ਟਿੱਪਣੀ ਹੈ ਰਜਿੰਦਰ ਸਿੰਘ ਸੇਖੋਂ ਦੀ, ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈਗਾ। ਨਿਬੰਧਾਂ ਦੇ ਵਿਸ਼ੇ
ਨੈਕਸਟ ਇਹਨਾਂ ਦੀ ਬੁੱਕਸ ਕਿਵੇਂ ਯਾਦ ਕਰਨੀ ਹੈ, ਇਹਨਾਂ ਦਾ ਮੈਂ ਤੁਹਾਨੂੰ ਟ੍ਰਿਕ ਦੱਸਿਆ ਸੀ। ਉਸ ਟ੍ਰਿਕ ਦੇ ਨਾਲ ਤੁਸੀਂ ਇਹਨਾਂ ਦੀ ਕੋਈ ਬੁੱਕ ਨਹੀਂ ਤੁਸੀਂ ਛੱਡਣੀ, ਸਾਰੀਆਂ ਬੁੱਕਸ ਅਤੇ ਉਹਨਾਂ ਦੇ ਸੰਪਾਦਨ ਦੀ ਜਿਹੜੀ ਹੈਗੀ ਹੈ ਈਸਵੀ ਚੰਗੀ ਤਰ੍ਹਾਂ ਯਾਦ ਕਰ ਲੈਣੀ ਹੈ। ਪੇਪਰ ਦੇ ਵਿੱਚ ਕੋਈ ਵੀ ਬੁੱਕ ਪੁੱਛੀ ਜਾ ਸਕਦੀ ਹੈ। 15 ਦੇ ਕਰੀਬ ਬੁੱਕਸ ਮੈਂ ਤੁਹਾਨੂੰ ਲਿਖਵਾਈਆਂ, ਸਾਰੀਆਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਹੈ ਨਾ। ਸੁਖਨ ਸਨੇਹੇ, ਅੰਤਰਜਾਗ, ਇੱਕ ਇਹਨਾਂ ਦੇ ਵਿੱਚੋਂ ਆਹ ਬੁੱਕ ਇਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਆਮੋ ਸਾਹਮਣੇ। ਇਸ ਬੁੱਕ 'ਤੇ ਇਹਨਾਂ ਨੂੰ ਜਿਹੜਾ ਹੈਗਾ ਪੁਰਸਕਾਰ ਮਿਲਿਆ ਭਾਸ਼ਾ ਵਿਭਾਗ ਦੇ ਵੱਲੋਂ, ਠੀਕ ਹੈ, ਜਿਹਨੂੰ ਤੁਸੀਂ ਯਾਦ ਰੱਖਣਾ। ਅੱਗੇ ਇਹਨਾਂ ਦੇ ਸਫ਼ਰਨਾਮੇ ਹੈ ਦੋਨੋਂ, ਹੈ ਨਾ, ਸੱਚੋ ਸੱਚ ਅਤੇ ਕੰਧੇੜੇ ਚੜ੍ਹ ਵੇਖਿਆ ਅਮਰੀਕਾ, ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ। ਸਵੈ ਜੀਵਨੀ ਹੈ ਜੀ ਧੁੱਪਾਂ ਛਾਵਾਂ 2021 ਦੇ ਵਿੱਚ ਲਿਖੀ ਹੋਈ, ਇਹਨੂੰ ਤੁਸੀਂ ਯਾਦ ਕਰ ਲੈਣਾ। ਆਲੋਚਨਾ ਅਤੇ ਖੋਜ ਭਰਪੂਰ ਪੁਸਤਕਾਂ, 4 ਪੁਸਤਕ ਹੈ, ਚਾਰੇ ਦੀਆਂ ਚਾਰੇ ਤੁਸੀਂ ਯਾਦ ਕਰਨੀ ਹੈ। ਅੱਗੇ ਇਹਨਾਂ ਨੇ ਕੀਤੇ ਹੈਗੇ ਜਿਹੜੇ ਅਨੁਵਾਦ, ਇਹਨਾਂ ਨੂੰ ਵੀ ਤੁਸੀਂ ਯਾਦ ਕਰ ਲੈਣਾ ਹੈਗਾ। ਤਾਂ ਇਹ ਸੀਗੇ ਜੀ ਆਪਣੇ ਜਿਹੜੇ ਵਾਰਤਕਕਾਰ ਡਾਕਟਰ ਨਰਿੰਦਰ ਸਿੰਘ ਕਪੂਰ। ਇੱਥੇ ਹੀ ਆਪਾਂ ਅੱਜ ਦਾ ਲੈਕਚਰ ਖ਼ਤਮ ਕਰਦੇ ਹਾਂ। ਇੰਨੀ ਸੀ ਜੀ ਇਹਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਡਾਕਟਰ ਨਰਿੰਦਰ ਸਿੰਘ ਕਪੂਰ ਬਾਰੇ। ਪੇਪਰ ਦੇ ਪੁਆਇੰਟ ਆਫ ਵਿਊ ਤੋਂ ਜਿੰਨੇ ਕੁਐਸਚਨ ਬਣਦੇ ਸੀਗੇ ਉਹ ਮੈਂ ਤੁਹਾਨੂੰ ਇਸ ਲੈਕਚਰ ਦੇ ਵਿੱਚ ਕਵਰ ਕਰਾ ਦਿੱਤੇ ਹੈ। ਥੈਂਕ ਯੂ ਜੀ। ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ, ਆਪਦੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਮਿਲ ਸਕੇ ਨੈਕਸਟ ਵੀਡੀਓ ਦੀ ਇਨਫੋਰਮੇਸ਼ਨ। ਥੈਂਕ ਯੂ ਜੀ।